ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਤੇ ਮੈਂ ਕੁਲਵਿੰਦਰ ਸਿੰਘ। ਬੇਅੰਤ ਕੌਰ ਬਾਜਵਾ ਅਤੇ ਲਵਪ੍ਰੀਤ ਸਿੰਘ ਦਾ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ, ਜਿੱਥੇ ਕਿ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ ਕੇਸ ਤੇ ਲੱਗੀਆਂ ਹੋਈਆਂ ਨੇ ਕਿ ਆਖਿਰ ਇਸ ਕੇਸ ਦੇ ਵਿੱਚ ਕਦੋਂ ਇਨਸਾਫ ਮਿਲੇਗਾ ਤੇ ਕਦੋਂ ਇਹ ਕੇਸ ਆਪਣੇ ਮੁਕਾਮ ਤੱਕ ਪਹੁੰਚੇਗਾ। ਉੱਥੇ ਕੁਝ ਅਜਿਹੇ ਚਿਹਰੇ ਵੀ ਹਨ ਇਸ ਕੇਸ ਦੇ ਵਿੱਚ ਜਿਨ੍ਹਾਂ ਤੋਂ ਕਿ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਹਨ ਇਸ ਕੇਸ ਦੇ ਵਿੱਚ ਇਨਸਾਫ ਦੇ ਲਈ, ਅਤੇ ਉਹਨਾਂ ਚਿਹਰਿਆਂ ਦੇ ਵਿੱਚ ਇੱਕ ਅਹਿਮ ਚਿਹਰਾ ਹੈ ਐਡਵੋਕੇਟ ਸੁਨੀਲ ਮੱਲਨ ਜੀ ਦਾ, ਜਿਨ੍ਹਾਂ ਦੇ ਨਾਲ ਅੱਜ ਅਸੀਂ ਮੌਜੂਦ ਹਾਂ ਉਹਨਾਂ ਦੇ ਆਫਿਸ ਦੇ ਵਿੱਚ, ਅਤੇ ਅੱਜ ਕੁਝ ਅਹਿਮ ਗੱਲਾਂ ਇਸ ਕੇਸ ਦੇ ਬਾਰੇ ਜਾਣਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਐਡਵੋਕੇਟ ਸਾਹਿਬ ਦਾ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਤੇ ਦਰਸ਼ਕਾਂ ਨੂੰ ਤੁਸੀਂ ਸਤਿ ਸ਼੍ਰੀ ਅਕਾਲ ਜੀ। ਸਰ, ਬੇਅੰਤ ਕੌਰ ਬਾਜਵਾ ਤੇ ਲਵਪ੍ਰੀਤ ਸਿੰਘ ਲਾਡੀ ਦਾ ਮਾਮਲਾ ਲਾਡੀ ਦੇ ਸੁਸਾਈਡ ਤੋਂ ਬਾਅਦ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ। ਤੁਸੀਂ ਸ਼ੁਰੂ ਤੋਂ ਹੀ ਇਸ ਕੇਸ ਦੇ ਨਾਲ ਜੁੜੇ ਹੋਏ ਹੋ ਤੇ ਕਾਫੀ ਲੰਮੇ ਸੰਘਰਸ਼ ਤੋਂ ਬਾਅਦ ਕਹਿ ਸਕਦੇ ਹਾਂ ਇੱਕ ਵੱਡੀ ਜਿੱਤ ਹੋਈ ਹੈ। 306 ਧਾਰਾ ਲੱਗੀ ਹੈ ਬੇਅੰਤ ਕੌਰ ਤੇ, ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਤਾਂ ਸਰ, ਇਸ ਤਰ੍ਹਾਂ ਹੈ ਕਿ ਸੱਚ ਹਮੇਸ਼ਾ ਸਿਰ ਚੜ੍ਹ ਕੇ ਬੋਲਦਾ ਹੈ। ਜਿੰਨਾ ਮਰਜ਼ੀ ਆਪਾਂ ਝੂਠ ਬੋਲ ਲਈਏ, ਕੁਝ ਹੋਰ ਕਰ ਲਈਏ, ਤੇ ਡੈਫੀਨੇਟਲੀ ਸੱਚ ਨੇ ਹੀ ਅੱਗੇ ਆਉਣਾ ਹੈ। ਉਹਨੂੰ ਜੇ ਮੈਂ ਮੱਦੇਨਜ਼ਰ ਰੱਖਾਂ ਤੇ ਪੁਲਿਸ ਨੇ ਆਪਣੀ ਪੂਰੀ ਤਸੱਲੀ ਕੀਤੀ ਹੈ। 2-2.5 ਮਹੀਨੇ ਲਾਏ ਨੇ। ਵਿਸਰਾ ਰਿਪੋਰਟ ਆਈ ਹੈ, ਰਿਪੋਰਟ 'ਚ ਕੈਮੀਕਲ ਟੈਸਟ ਹੋਇਆ, ਕੈਮੀਕਲ ਟੈਸਟ ਦੀ ਰਿਪੋਰਟ ਆਈ ਹੈ, ਔਰ ਰਿਪੋਰਟ 'ਚ ਕਲੀਅਰ ਆਇਆ ਕਿ ਬੱਚੇ ਨੇ ਜਿਹੜੀ ਦਵਾਈ ਜਿਹੜੀ ਅਸੀਂ ਸਪਰੇਅ ਕਰਦੇ ਹਾਂ ਕਲੋਰੋ ਸਪਰੇਅ, ਉਹ ਕਲੋਰੋ ਸਪਰੇਅ ਉਹਨੇ ਪੀਤੀ ਸੀ, ਛਿੜਕਣ ਵਾਲੀ ਦਵਾਈ। ਸੋ ਉਹ ਜਦੋਂ ਸਾਹਮਣੇ ਆਉਂਦੀ ਹੈ ਤੇ ਡੈਫੀਨੇਟਲੀ ਇੱਕ ਤਰ੍ਹਾਂ ਦਾ ਮਰਡਰ ਹੀ ਹੈ। ਇਹ ਸ਼ਬਦਾਂ ਵਾਲਾ ਮਰਡਰ ਮੈਂ ਇਹਨੂੰ ਕਹਿੰਦਾ। 306 ਜਿਹੜੀ ਹੈ ਸ਼ਬਦਾਂ ਵਾਲਾ ਮਰਡਰ ਹੈ ਕਿ ਕਿਸੇ ਨੂੰ ਇੰਨੇ ਤਸੀਹੇ ਦਿੱਤੇ, ਕਿਸੇ ਨੂੰ ਇੰਨਾ ਪਰੇਸ਼ਾਨ ਕੀਤਾ, ਕਿਸੇ ਨੂੰ ਇੰਨਾ ਉਕਸਾਇਆ ਕਿ ਉਹਨੂੰ ਆਪਣਾ ਮਰਨਾ ਸੌਖਾ ਲੱਗਾ, ਜੀਣਾ ਔਖਾ ਲੱਗਾ। ਸੋ ਉਹਦੇ ਵਾਸਤੇ ਜਿਹੜੀ ਦੋਸ਼ਣ ਹੈ, ਕਾਤਲ ਹੈ, ਮੈਂ ਕਹਾਂਗਾ ਕਾਤਲ ਅੰਤ ਕੌਰ। ਸੋ ਮਿਸ਼ਨ ਅੰਤ ਕੌਰ ਦੇ ਵਿੱਚ ਇੱਕ ਅਗਲੀ ਕੜੀ ਜੁੜੀ ਹੈ ਜਿਹਨੂੰ ਮੈਂ ਕਹਾਂਗਾ ਕਾਤਲ ਦਾ ਖਿਤਾਬ ਮਿਲ ਗਿਆ। ਉਹਨੂੰ ਖਿਤਾਬ ਹੀ ਕਹਾਂਗਾ। ਪਹਿਲਾਂ ਉਹਨੂੰ ਚੀਟਰ ਦਾ ਮਿਲਿਆ ਸੀ 420 ਹੋ ਕੇ। ਹੁਣ ਕਾਨੂੰਨੀ ਤੌਰ ਤੇ ਜਿਹੜੀ ਪੁਲਿਸ ਨੇ ਉਹਦੇ ਤੇ ਮੱਥੇ ਤੇ ਜਿਹੜਾ ਦੂਜਾ ਕਲੰਕ ਲਾਇਆ, ਉਹ ਕਲੰਕ ਕਾਤਲ ਦਾ ਹੈ ਜੀ। ਪਹਿਲਾਂ ਤਾਂ ਸਵਾਲ ਸਾਡਾ ਇਹੀ ਹੈ ਜੀ, 420 ਤੋਂ ਬਾਅਦ 'ਚ ਧਾਰਾ ਦੇ ਵਿੱਚ ਵਾਧਾ ਹੋਇਆ, 306 ਲੱਗੀ ਆ। ਕੀ ਹੁਣ ਸੈਟੀਸਫਾਈ ਹੋ ਤੁਸੀਂ ਲਾਡੀ ਦਾ ਵਕੀਲ ਹੋਣ ਦੇ ਨਾਤੇ? ਨਹੀਂ, ਮੈਂ ਹਲੇ ਸੈਟੀਸਫਾਈਡ ਨਹੀਂ ਹਾਂ ਜੀ। ਹਲੇ ਤਾਂ ਬੜੀ ਲੰਬੀ ਜਰਨੀ ਕਰਨੀ ਹੈ ਪੂਰੀ। ਉਹਦੇ ਮਾਂ ਪਿਓ ਨੇ ਹਲੇ ਉਦੋਂ ਰੋਪ ਇਨ ਕਰਨਾ ਹੈ। ਹੋਰ ਜਿਹੜਾ ਕੋਈ ਸੱਜਾ ਖੱਬਾ ਸੀ, ਕੋਈ ਰਵਦੀਪ ਮੁੰਡਾ ਹੈ, ਉਹਨੂੰ ਹਲੇ ਰੋਪ ਇਨ ਕਰਨਾ ਹੈ। ਫਿਰ ਜਿਹੜੀਆਂ ਉਹਦੀਆਂ ਸਹੇਲੀਆਂ ਉੱਥੇ ਅਨਡਿਊ ਇਨਫਲੂਐਂਸ ਜਾਂ ਅਨਡਿਊ ਹੈਲਪ ਦੇ ਰਹੀਆਂ। ਅਤੇ ਇਹ ਵੀ ਇੱਕ ਤੁਹਾਨੂੰ ਦੱਸ ਦੇਣਾ, ਕਾਨੂੰਨ ਦੀ ਕਿਤਾਬ 'ਚ ਲਿਖਿਆ ਵੀ ਦੋਸ਼ੀ ਦੀ ਮਦਦ ਕਰਨ ਵਾਲਾ ਵੀ ਦੋਸ਼ੀ ਹੈ। ਮੰਨ ਲਓ ਆਪਾਂ 2 ਜਣੇ ਗਏ, ਮੈਂ ਮੋਟਰਸਾਈਕਲ ਚਲਾਉਂਦੇ ਹਾਂ, ਤੁਸੀਂ ਬੈਂਕ ਅੰਦਰ ਲੁੱਟ ਕੇ ਆਏ ਹੋ ਜਾਂ ਅੰਦਰ ਮਰਡਰ ਕਰਕੇ ਆਏ ਹੋ। ਇਹ ਨਹੀਂ ਕਿ ਇਕੱਲਾ ਤੁਹਾਡੇ 'ਤੇ ਪਰਚਾ ਹੋਣਾ ਹੈ। ਮੈਂ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ, ਜੇ ਮੈਂ ਮੋਟਰਸਾਈਕਲ ਹੀ ਨਾ ਚਲਾਉਂਦਾ ਤਾਂ ਤੁਸੀਂ ਕਦੀ ਮਰਡਰ ਕਰਨ ਜਾਂ ਸਪੌਟ 'ਤੇ ਹੀ ਨਾ ਪਹੁੰਚਦੇ ਤੇ ਕੋਈ ਕ੍ਰਾਈਮ ਹੀ ਨਾ ਹੁੰਦਾ। ਸੋ ਮੇਰੀ ਕਿਤੇ ਨਾ ਕਿਤੇ ਡਾਇਰੈਕਟ ਜਾਂ ਇਨਡਾਇਰੈਕਟ ਸ਼ਹਿ ਹੈਗੀ ਹੈ ਤੁਹਾਨੂੰ। ਇਸੇ ਤਰ੍ਹਾਂ ਡਾਇਰੈਕਟ ਜਾਂ ਇਨਡਾਇਰੈਕਟ ਸ਼ਹਿ ਹੈਗੀ ਹੈ ਰਵਦੀਪ ਦੀ। ਡਾਇਰੈਕਟ ਜਾਂ ਇਨਡਾਇਰੈਕਟ ਸ਼ਹਿ ਹੈਗੀ ਹੈ ਜਿਹੜੇ ਉਹਦੇ ਨਾਲ ਸੱਜੇ ਖੱਬੇ ਸੋ ਕਾਲਡ ਇਹੋ ਜਿਹੇ ਫਰੋਡ ਲੋਕ ਨੇ। ਉਹ ਮੁੰਡੇ ਵੀ ਹੋ ਸਕਦੇ, ਕੁੜੀਆਂ ਵੀ ਹੋ ਸਕਦੀਆਂ। ਸੋ ਮਤਲਬ ਮੈਂ ਡੈਫੀਨੇਸ਼ਨ ਦੇ ਹੀ ਚੁੱਕਾ ਵੀ ਉਹ ਡੈਣਾ ਅਤੇ ਚੜੇਲਾਂ ਅਤੇ ਭੂਤ ਅਤੇ ਪ੍ਰੇਤ ਜਿਹੜੇ ਉਹਦੇ ਆਲੇ ਦੁਆਲੇ ਉਹਦਾ ਸਾਥ ਦੇ ਰਹੇ ਨੇ, ਉਹਨਾਂ 'ਤੇ ਵੀ ਸ਼ਿਕੰਜਾ ਕੱਸਿਆ ਜਾਣਾ। ਵਕਤ ਆਉਣ ਦਿਓ, ਉਹ ਵੀ ਕਰਾਂਗੇ। ਮੈਂ ਸੈਟੀਸਫਾਈਡ ਹਲੇ ਇੰਨਾ ਕੁ ਸੈਟੀਸਫਾਈਡ ਹਾਂ ਕਿ ਅਸੀਂ ਜੋ ਕਹਿੰਦੇ ਪਏ ਹਾਂ, ਸਾਡੀ ਸੱਚ ਦੀ ਵਰਜਨ ਪਰਮਾਤਮਾ ਉਹਦਾ ਸਾਥ ਦੇ ਰਿਹਾ, ਸਬੂਤ ਉਹਦੇ ਸਾਥ ਦੇ ਰਿਹਾ, ਔਰ ਉਹਦੀ ਐਵੀਡੈਂਸ ਪੋਜ਼ੀਟਿਵ ਹੈ। ਪੋਜ਼ੀਟਿਵ ਐਵੀਡੈਂਸ ਜਦੋਂ ਇਕੱਠੀ ਹੋ ਰਹੀ ਹੈ, ਮੈਂ ਤੁਹਾਨੂੰ ਹੁਣ ਇੱਕ ਕਾਨੂੰਨ ਦੀ ਕਿਤਾਬ ਵੀ ਖੋਲ੍ਹੀ ਹੋਈ ਹੈ, ਮੈਂ ਡੈਫੀਨੇਸ਼ਨ ਵੀ ਪੜ੍ਹ ਕੇ ਸੁਣਾਵਾਂਗਾ। ਔਰ ਉਸ ਗੱਲੋਂ ਮੈਂ ਮਤਲਬ ਸੈਟੀਸਫਾਈਡ ਹਾਂ ਕਿ ਜਿਹੜੀ ਵੀ ਇਹ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਨਤੀਜਾ ਹੈ, ਇਹ ਮੀਡੀਆ ਦਾ ਨਤੀਜਾ ਹੈ, ਇਹ ਜਥੇਬੰਦੀਆਂ ਦਾ ਜਿਹੜਾ ਸਾਨੂੰ ਯੋਗਦਾਨ ਹੈ, ਉਹਦੇ ਕਰਕੇ ਕਿਤੇ ਨਾ ਕਿਤੇ ਬਿਊਰੋਕਰੇਸੀ ਅਤੇ ਸਰਕਾਰ ਦੇ ਅੰਦਰ ਡਰ ਹੈ ਕਿ ਇਹ ਬਵਾਲ ਨਾ ਕਿਤੇ ਇਕੱਠਾ ਹੋ ਜਾਏ। ਜੇ ਅਸੀਂ ਕੋਈ ਗਲਤ ਕੰਮ ਕੀਤਾ ਤਾਂ ਫੜੇ ਨਾ ਜਾਈਏ। ਮੈਂ ਪਹਿਲਾਂ ਵੀ ਕਹਿ ਚੁੱਕਾ ਸੀ, ਬੇਅੰਤ ਕੌਰ ਜੇ ਸਾਨੂੰ 35 ਲੱਖ ਰੁਪਏ ਆਫਰ ਕਰ ਸਕਦੀ ਹੈ ਅਤੇ ਉਹ ਖੱਬੇ ਸੱਜੇ ਵੀ ਖਰਚਣ ਦੀ ਕੋਸ਼ਿਸ਼ ਕਰ ਰਹੀ ਹੋਏਗੀ, ਜਾਂ ਕਿਤੇ ਕੀਤੇ ਵੀ ਹੋ ਸਕਦੇ ਨੇ। ਰੱਬ ਜਾਣਦਾ, ਮੈਨੂੰ ਨਹੀਂ ਪਤਾ, ਮੇਰੇ ਅੱਗੇ ਕੋਈ ਐਸਾ ਸਬੂਤ ਨਹੀਂ ਆਇਆ, ਪਰ ਸ਼ੱਕ ਮੈਨੂੰ ਪੂਰਾ ਹੈ। ਸੋ ਬਟ ਫਿਰ ਵੀ ਮੈਂ ਕਹਾਂਗਾ ਕਿ ਡਿਪਾਰਟਮੈਂਟਸ ਨੂੰ ਵੀ ਡਰ ਹੈ ਕਿ ਇੱਧਰ ਵੀ ਅਸੀਂ ਪੂਰੇ ਵਿਜੀਲੈਂਟ ਹਾਂ, ਅਸੀਂ ਇੰਟਰਫੇਅਰ ਨਹੀਂ ਕਰ ਰਹੇ। ਉਹ ਜੋ ਕਰਦੇ ਪਏ ਉਹਨਾਂ ਨੂੰ ਕਰਨ ਦਿਓ। ਜਿੱਥੇ ਗਲਤੀ ਕਰਦੇ ਅਸੀਂ ਸੀਟੀ ਰੱਖੀ ਹੈ, ਰੈਫਰੀ ਵਾਂਗੂ ਸੀਟੀ ਮਾਰ ਦਿੰਦੇ ਹਾਂ, ਆਹ ਗਲਤੀ ਹੋ ਗਈ ਹੈ ਜੀ। ਸੋ ਅਲਰਟ ਹਾਂ, ਵਿਜੀਲੈਂਟ ਹਾਂ, ਔਰ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਪਛਾਣਦੇ ਹਾਂ। ਔਰ ਇੱਕ ਗੱਲ ਮੈਂ ਹੋਰ ਦੱਸ ਦਿੰਦਾ, ਕਾਲੇ ਕੋਟ ਵਾਲੇ, ਚਾਹੇ ਉਹ ਮੇਰੇ ਜੱਜ ਸਾਹਿਬ ਹੈ ਅਤੇ ਚਾਹੇ ਮੇਰੇ ਵਕੀਲ ਭੈਣ ਭਰਾ ਨੇ, ਅਸੀਂ ਪੁਲਿਸ ਦੇ ਐਡਵਾਈਜ਼ਰ ਹੁੰਦੇ ਹਾਂ ਲੀਗਲੀ। ਪੁਲਿਸ ਆਪਣੀ ਪੂਰੀ ਰਿਪੋਰਟ ਬਣਾਉਣ ਤੋਂ ਬਾਅਦ ਮਾਨਯੋਗ DA ਲੀਗਲ ਸਾਹਿਬ ਕੋਲ ਭੇਜਦੀ ਹੈ ਕਿ ਯੋਗ ਹੁਕਮ ਤੇ ਤੁਹਾਡੀ ਰਾਏ ਲਈ ਪੇਸ਼ ਹੈ ਜੀ।
ਸੋ ਜਿਹੜੇ ਡੀਏ ਲੀਗਲ ਨੇ ਫਿਰ ਉਹ ਆਪਣੀ ਉਹਦੇ ਤੇ ਰਾਏ ਦਿੰਦੇ ਨੇ ਕਿ ਇਹਦੇ ਵਿੱਚ ਆਹ ਆਫੈਂਸ ਬਣਦੇ ਆ ਜਾਂ ਨਹੀਂ ਬਣਦੇ, ਜਾਂ ਇਹਨੂੰ ਕੱਟਿਆ ਜਾਵੇ ਜਾਂ ਇਹਨੂੰ ਵਧਾਇਆ ਜਾਵੇ। ਸੋ ਮੁੱਦਾ ਬੜਾ ਸਾਫ਼ ਸੁਥਰਾ ਹੈ। ਸੋ ਅਲਟੀਮੇਟਲੀ ਜਿਹੜੀ ਕਾਨੂੰਨ ਦਾ ਸ਼ਿਕੰਜਾ ਹੈ ਉਹ ਕਾਲੇ ਕੋਟ ਦੇ ਹੱਥ 'ਚ ਹੀ ਆਉਣਾ ਹੈ। ਔਰ ਮੈਂ ਇਹ ਸਵਾਗਤ ਕਰਾਂਗਾ ਬੇਅੰਤ ਕੌਰ ਦੇ ਵਕੀਲ ਸਾਹਿਬ ਦਾ ਵੀ, ਮੈਂ ਕਦੀ ਵੀ ਉਹਨਾਂ ਨੂੰ ਨਿਗਲੈਕਟ ਨਹੀਂ ਕਰਾਂਗਾ। ਮੇਰੇ ਲਈ ਉਹ ਬੜੇ ਕਾਬਲ ਦੋਸਤ ਹੋਣਗੇ, ਜਿਹੜੇ ਵੀ ਸਾਹਮਣੇ ਆਉਣਗੇ ਮੈਂ ਉਹਨਾਂ ਦੇ ਪਿਆਰ ਵੀ ਕਰਾਂਗਾ, ਉਹਨਾਂ ਨੂੰ ਰਿਸਪੈਕਟ ਵੀ ਕਰਾਂਗਾ। ਕੰਮ ਦੀ ਲੜਾਈ ਤੇ ਅਸੀਂ ਲੜਨੀ ਹੈ। ਬਟ ਜਿਹੜੇ ਕੁਝ ਯੂਟਿਊਬਰ ਨੇ ਭਾਜੀ, ਉਹ ਬੇਅੰਤ ਕੌਰ ਦੇ ਮਾਮੇ ਬਣੇ ਅੱਜ ਕੱਲ੍ਹ, ਉਹਦੇ ਫੇਵਰ 'ਚ ਬਹੁਤ ਬੋਲਦੇ ਆ। ਉਹ ਇੰਝ ਹੋ ਗਿਆ ਤੇ ਇੱਕ ਚਪੇੜ ਤੇ ਉਹਨਾਂ ਨੂੰ ਪੈ ਚੁੱਕੀ। ਇੱਕ ਨੂੰ ਮੈਂ ਨੋਟਿਸ ਵੀ ਭੇਜਤਾ, ਉਹ ਬੰਦਾ ਆਪਣੇ ਆਪ ਨੂੰ ਜਰਨਲਿਸਟ ਕਹਿੰਦਾ ਸੀ। ਮੈਂ ਕਿਹਾ ਵੀ ਇਹਨੂੰ ਸਪੈਲਿੰਗ ਪੁੱਛੋ ਜਰਨਲਿਸਟ ਦੇ ਵੀ ਜੇ ਨਾਲ ਸ਼ੁਰੂ ਹੁੰਦੇ ਕਿ ਜੀ ਨਾਲ ਸ਼ੁਰੂ ਹੁੰਦੇ ਆ, ਤੇ ਜੇ ਪੂਰੇ ਸਪੈਲਿੰਗ ਵੀ ਸੁਣਾ ਜੇ ਤੇ ਮੇਰਾ ਨਾਮ ਹਟਾ ਦਿਓ ਤੁਸੀਂ। ਇਹਨੂੰ ਕੋਈ ਯਾਦ ਕਰਕੇ ਅੱਜ ਹੀ ਚੈਲੰਜ ਦੇਤਾ, ਇੱਕ ਸਾਈਜ਼ ਸਪੈਲਿੰਗ ਵੀ ਸੁਣਾ ਦੇਣਾ ਤੇ ਬੜੀ ਵੱਡੀ ਗੱਲ ਹੈ। ਕਹਿੰਦਾ ਸੀ ਮੈਂ ਪ੍ਰੈਸ ਰਿਪੋਰਟਰ ਹਾਂ, ਤੇ ਮੈਂ ਇਹਨੂੰ ਹੀ ਚਿੱਠੀ ਪਾਤੀ ਲੀਗਲ ਨੋਟਿਸ ਕਿ ਜੇ ਤੂੰ ਪ੍ਰੈਸ ਰਿਪੋਰਟਰ ਹੈ ਤੇ ਤੈਨੂੰ DPRO ਇੱਕ ਡਿਪਾਰਟਮੈਂਟ ਹੁੰਦਾ ਪੰਜਾਬ ਸਰਕਾਰ ਦਾ ਜਿਹੜਾ ਪ੍ਰੈਸ ਐਂਡ ਕਮਿਊਨੀਕੇਸ਼ਨ ਨੂੰ ਡੀਲ ਕਰਦਾ, ਉਹਦਾ ਲਾਇਸੈਂਸ ਵਿਖਾ ਦੇ। ਉਹ ਪੀਲਾ ਕਾਰਡ, ਲਾਲ ਕਾਰਡ ਡਿਪੈਂਡਿੰਗ ਅਪੋਨ ਯੂਅਰ ਪੱਤਰਕਾਰਿਤਾ ਉਹ ਇਸ਼ੂ ਕਰਦੇ ਨੇ, ਤੁਹਾਨੂੰ ਆਇਡੈਂਟੀਫਾਈ ਕਰਦੇ ਨੇ। ਸੈਕਿੰਡ, ਇਹੋ ਜਿਹਾ ਯੂਟਿਊਬਰ ਹੈ ਜਿਹਦਾ ਕੋਈ ਐਡਰੈਸ ਹੀ ਹੈ ਨਹੀਂ, ਜਿਹਦਾ ਫ਼ੋਨ ਨੰਬਰ ਵੀ ਹੈ ਨਹੀਂ, ਜਿਹਦਾ ਕੋਈ ਈਮੇਲ ਹੈ ਨਹੀਂ। ਜਦੋਂ YouTube ਤੇ ਅਬਾਊਟ ਸੈਕਸ਼ਨ 'ਚ ਜਾਓ ਤੇ ਇਹੋ ਜਿਹੇ ਫਰਾਡ ਜਿਹੜੇ ਚੈਨਲ ਨੇ ਇਹਨਾਂ ਨੂੰ ਬਾਈਕਾਟ ਕਰੋ। ਮੈਂ ਤੁਹਾਨੂੰ ਕਲੀਅਰ ਕਹਿਣਾ, ਜਿਹੜੇ ਚੈਨਲਾਂ ਦੇ ਉੱਤੇ ਉਹਨਾਂ ਦਾ ਡਿਟੇਲ ਨਹੀਂ ਅਵੇਲੇਬਲ, ਉਹਨਾਂ ਚੈਨਲਾਂ ਨੂੰ ਬਾਈਕਾਟ ਕਰੋ। ਉਹ ਚੈਨਲ ਫਰਜ਼ੀ ਹੈ, ਫਰਾਡ ਹੈ ਔਰ ਕਿਸੇ ਮੋਟਿਵ ਨਾਲ ਬਣਾਏ ਗਏ ਆ। ਬਟ ਇੱਕ ਹੋਰ ਗੱਲ ਦੱਸਦਾ, ਉਹਨਾਂ ਦੇ ਕਮੈਂਟ ਬਾਕਸ ਵਿਚਾਰਾ ਕਮੈਂਟ ਹੀ ਡਿਲੀਟ ਕਰਦਾ ਰਹਿੰਦਾ। ਲੋਕੀ ਉਹਨੂੰ ਗਾਲਾਂ ਲਿਖਦੇ ਆ ਬਈ ਤੂੰ ਬੜਾ ਬਕਵਾਸ ਕਰਦਾ ਸੀ ਉਦੋਂ, ਬਈ ਆਹ ਹੋ ਗਿਆ, ਉਹ ਹੋ ਗਿਆ, ਸੁਨੀਲ ਮੱਲਨ ਨੇ ਇੰਜ ਕਰਤਾ। ਲਾਈਕ ਤੇ ਡਿਸਲਾਈਕ ਦਾ ਕੰਪੈਰੀਜ਼ਨ ਵੀ ਦੱਸ ਦਿੰਦਾ ਹੀ ਕੌਣ ਸੱਚਾ ਹੈ। ਮੈਂ ਕਿਹਾ ਚਲੋ ਮੈਂ ਉਹ ਇੱਕ ਛੱਡ ਹੀ ਦਈਏ ਲਾਈਕ ਡਿਸਲਾਈਕ ਨੂੰ ਵੀ। ਕਹੇ ਵੇਲੇ ਲੋਕੀ ਟੀਚਰ 'ਚ ਵੀ ਉਹਨੂੰ ਲਾਈਕ ਕਰਦੇ ਆ, ਪਰ ਕਮੈਂਟ ਬਾਕਸ ਵਿੱਚ ਜਾ ਕੇ ਕਮੈਂਟ ਪੜ੍ਹੋ। ਸੋ ਬੜੇ ਵਧੀਆ ਭਿਉਂ ਕੇ ਪੰਜਾਬੀ 'ਚ ਕਹਾਂਗਾ ਤੇ ਉਹੋ ਜਿਹੇ ਬੰਦਿਆਂ ਨੂੰ ਛਿੱਤਰ ਵੱਜਦੇ ਨੇ। ਪਰ ਉਹੀ ਆ ਬੇਸ਼ਰਮ, ਮੈਂ ਕਹਿੰਦਾ ਵੀ ਉਹਦੇ ਫਲਾਣੀ ਥਾਂ ਤੇ ਰੁੱਖ ਗਿਆ, ਕਹਿੰਦਾ ਛਾਵੇਂ ਬਹਿ ਜਾਾਂਗੇ। ਸੋ ਉਹਨਾਂ ਦਾ ਇੱਕੋ ਹੀ ਹੱਲ ਹੈ ਕਿ ਉਹਨਾਂ ਨੂੰ ਬਾਈਕਾਟ ਕਰੋ। ਔਰ ਲੀਗਲ ਨੋਟਿਸ ਮੈਂ ਪਾ ਚੁੱਕਾ, ਮੇਰੇ ਕੋਲ ਸਰਕਾਰ ਤੋਂ ਰਿਪੋਰਟ ਆ ਚੁੱਕੀ ਹੈ ਕਿ ਇਸ ਨਾਂ ਦਾ ਕੋਈ ਚੈਨਲ ਨਹੀਂ ਹੈ ਰਜਿਸਟਰਡ, ਕੋਈ ਐਸਾ ਪੱਤਰਕਾਰ ਨਹੀਂ ਹੈ ਜਿਹੜਾ ਆਪਣੇ ਆਪ ਨੂੰ ਜੋ ਵੀ ਉਹ ਰੰਧਾਵਾ ਜਾਂ ਜੋ ਵੀ ਕਹਿੰਦਾ, ਮੈਨੂੰ ਨਹੀਂ ਉਹਦੀ ਪਰਵਾਹ। ਪਰ ਉਹ ਬੰਦਾ ਮਤਲਬ ਉਹਦੀ ਵੈਲਿਊ ਹੀ ਕੋਈ ਨਹੀਂ ਹੈ ਬੰਦੇ ਦੀ। ਐਵੇਂ ਕਿਸੇ ਮਤਲਬ ਪੰਜਾਬੀ ਉਹ ਕਹਿੰਦਾ ਜੀ ਮੈਂ ਇੱਕ ਬਰਾੜ ਸਾਹਿਬ ਨੂੰ ਕੈਨੇਡਾ ਬਿਜ਼ਨਸਮੈਨ ਨੂੰ ਫੋਨ ਲਾ ਲਿਆ ਇਮੀਗ੍ਰੇਸ਼ਨ ਬਾਰੇ ਦੱਸਣਗੇ। ਉਹ ਬੇਵਕੂਫ ਦੇ ਬੱਚਿਆ, ਮੈਨੂੰ ਇੱਕ ਗੱਲ ਦਾ ਜਵਾਬ ਦੇ, ਬਿਜ਼ਨਸਮੈਨ ਇਮੀਗ੍ਰੇਸ਼ਨ ਦਾ ਕੀ ਦੱਸੇਗਾ? ਵਕੀਲ ਦੱਸਦਾ ਹੈ, ਇੰਨੀ ਅਕਲ ਹੈ। ਸੋ ਐਨੀਵੇ, ਰੱਬ ਉਹਨਾਂ ਦਾ ਵੀ ਭਲਾ ਕਰੇ, ਉਹਨਾਂ ਨੂੰ ਕੋਈ ਸੱਦ ਬੁੱਧੀ ਦੇਵੇ। ਮੇਰਾ ਬਾਬਾ ਨਾਨਕ ਉਹਨਾਂ ਦੇ ਦਿਮਾਗ ਕੋਈ ਸੱਦ ਬੁੱਧੀ ਪਾਵੇ। ਉਹ ਮਤਲਬ ਇਹ ਡੈਣਾ ਦਾ ਏਜੰਟ ਨਾ ਬਣੇ ਤੇ ਚੰਗੀ ਗੱਲ ਹੈ। ਨਹੀਂ ਤਾਂ ਮਤਲਬ ਸਾਡੇ ਪੰਜਾਬੀ ਬੜੇ ਇਮੋਸ਼ਨਲ ਹੈ ਤੇ ਬੜਾ ਕੁਝ ਕਰ ਦਿੰਦੇ ਨੇ। ਸੋ ਨਹੀਂ ਚਾਹੁੰਦਾ ਮੈਂ ਬਈ ਇਹੋ ਜਿਹਾ ਬੇਵਕੂਫ ਇਨਸਾਨ, ਇਹਦੀ ਕੋਈ ਵੈਲਿਊ ਨਹੀਂ ਹੈ। ਹਾਂਜੀ, ਮੈਂ ਅੱਜ ਕਲੀਅਰ ਚੈਲੰਜ ਦਿੰਦਾ, ਬੇਅੰਤ ਦੇ ਵਕੀਲ ਸਾਹਿਬ ਨੂੰ ਸਾਹਮਣੇ ਲਿਆਓ। ਤੁਸੀਂ ਵੀ ਜਾਓ ਭਾਜੀ, ਇੰਟਰਵਿਊ ਕਰੋ। ਆਈ ਵੁੱਡ ਲਵ ਟੂ ਰਿਸੀਵ ਹਿਸ ਇੰਟਰਵਿਊ, ਕਿਉਂਕਿ ਕੋਈ ਔਥੈਂਟਿਕੇਟ ਬੰਦਾ ਤੇ ਬੋਲ ਰਿਹਾ ਨਾ। ਉਹ ਕੁਝ ਵੀ ਬੋਲਣ, ਮੇਰੇ ਸਿਰ ਮੱਥੇ ਤੇ ਮੇਰੇ ਵੱਡੇ ਭਰਾ ਹੋਣਗੇ ਉਹ, ਜਾਂ ਮੇਰਾ ਕੋਈ ਛੋਟਾ ਵੀਰ ਹੋਏਗਾ। ਬਟ ਤੁਰਿਆ ਜਾਂਦਾ ਕੋਈ ਓਪੀਨੀਅਨ ਦੇਣ ਲੱਗ ਪਏ, ਹੂ ਆਰ ਯੂ ਬਲੱਡੀ ਨੌਨਸੈਂਸ। ਛੱਡੋ, ਚਲੋ ਅੱਗੇ ਚਲੀਏ ਜੀ। ਸਰ, ਜਿਵੇਂ ਕਿ ਤੁਸੀਂ ਆਪਾਂ ਪਹਿਲੀ ਵੀ ਇੰਟਰਵਿਊ ਕੀਤੀ ਸੀ, ਤੁਸੀਂ ਉਦੋਂ ਤੋਂ ਹੀ ਕਾਫੀ ਜ਼ਿਆਦਾ ਕੌਨਫੀਡੈਂਸ ਸੀਗੇ ਇਸ ਕੇਸ ਬਾਰੇ, ਤੇ ਤੁਸੀਂ ਕਿਹਾ ਸੀਗਾ ਕਿ ਰਿਪੋਰਟ ਦੇ ਬਾਅਦ 'ਚ ਵੱਡੇ ਖੁਲਾਸੇ ਆਉਣਗੇ। ਤੇ ਦੂਜੇ ਪਾਸੇ ਬੇਅੰਤ ਕੌਰ ਬਾਜਵਾ ਦੀ ਵੀ ਕੁਝ ਦਬੀ ਆਵਾਜ਼ ਦੇ ਵਿੱਚ ਕਹਿ ਸਕਦੇ ਹਾਂ ਬਿਆਨ ਆਏ ਸੀ ਕਿ ਜੋ ਰਿਪੋਰਟ ਸਾਹਮਣੇ ਆਉਂਦੀ ਹੈ ਉਸ ਤੋਂ ਬਾਅਦ ਉਹ ਇੱਕ ਵੱਡੇ ਸੱਚ ਦਾ ਹੈਰਾਨੀਜਨਕ ਖੁਲਾਸਾ ਕਰਨਗੇ ਲਵਪ੍ਰੀਤ ਲਾਡੀ ਦੇ ਬਾਰੇ। ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਜੀ? ਨਹੀਂ, ਉਹ ਕਰਨਗੇ ਖੁਲਾਸਾ। ਛੱਜ ਤਾਂ ਬੋਲੇ, ਚੁੱਪ ਨੇ ਮਤਲਬ। ਮੈਂ ਕਿਹਾ ਛੱਜ ਤਾਂ ਬੋਲੇ, ਛੰਨ ਨਹੀਂ ਕਿਉਂ ਬੋਲੇ। ਜੇ ਬੰਦਾ ਸੱਚਾ ਹੋਵੇ, ਅਸੀਂ ਬੋਲਦੇ ਪਏ ਨਾ ਤੁਹਾਡੇ ਮੀਡੀਆ ਤੇ, ਹਰ ਚੈਨਲ ਤੇ ਆਉਂਦੇ ਆ, ਆਪਣੀ ਗੱਲ ਬਿਲਕੁਲ ਸਾਫ਼ ਸੁਥਰੀ ਰੱਖਦੇ ਆ। ਕੋਈ ਥ੍ਰੈਟ ਨਹੀਂ ਕਿਸੇ ਨੂੰ ਦਿੰਦੇ ਪਏ, ਕਿਸੇ ਨੂੰ ਗਾਲ ਨਹੀਂ ਕੱਢਦੇ ਪਏ, ਕਿਸੇ ਬਾਰੇ ਕੋਈ ਮੰਦਾ ਸ਼ਬਦ ਨਹੀਂ ਬੋਲਦੇ, ਠੀਕ। ਖਾਸ ਕਰਕੇ ਬੇਅੰਤ ਕੌਰੀਆਂ ਦੇ ਪਰਿਵਾਰ ਬਾਰੇ। ਪਰ ਕਾਨੂੰਨ ਦੇ ਮੁਤਾਬਕ ਜਿਹੜਾ ਸ਼ਿਕੰਜਾ ਉਹਦੇ ਤੇ ਬਣਿਆ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਹਦੀ ਉਹ ਪਨਿਸ਼ਮੈਂਟ ਵੀ ਦਿਵਾਉਣਾ ਸਾਡਾ ਅਧਿਕਾਰ ਹੈ, ਸਾਡਾ ਕੰਮ ਹੈ, ਕਿੱਤਾ ਹੈ। ਜਿਵੇਂ ਤੁਹਾਡਾ ਕੰਮ ਹੈ, ਤੁਸੀਂ ਅੱਜ ਮੇਰੀ ਰਿਕਾਰਡਿੰਗ ਕਰਕੇ ਪਬਲਿਕ ਤੱਕ ਭੇਜੋਗੇ, ਗੱਲਾਂ ਉਹਨਾਂ ਨੂੰ ਦੱਸੋਗੇ ਮੇਰੀਆਂ। ਇਸੇ ਤਰ੍ਹਾਂ ਮੇਰਾ ਕਿੱਤਾ ਹੈ, ਮੈਂ ਚੋਰ ਨਹੀਂ ਬਚਾਉਂਦਾ, ਮੈਂ ਸਾਧੂ ਨੂੰ ਦੀ ਰੱਖਿਆ ਨਹੀਂ ਕਰਦਾ, ਬਟ ਮੈਂ ਕਾਨੂੰਨ ਦੀਆਂ ਗੱਲਾਂ ਤੇ ਪਹਿਰਾ ਦਿੰਦਾ। ਇੱਕ ਵਕੀਲ ਦਾ ਉਹ ਧਰਮ ਹੈ, ਕਾਨੂੰਨੀ ਤੌਰ ਤੇ ਜੇ ਕਿਤੇ ਕੁਝ ਵੀ ਗਲਤ ਹੋਇਆ ਤੇ ਅਸੀਂ ਉਹਦੀ ਰੱਖਿਆ ਕਰਕੇ ਉਸ ਬੰਦੇ ਨੂੰ ਬਚਾਉਣਾ ਹੈ, ਉਹਨੂੰ ਕਾਨੂੰਨ ਦੀ ਗ੍ਰਿਫਤ ਵਿੱਚੋਂ ਕੱਢਣਾ ਹੈ। ਪਰ ਜੇ ਕੋਈ ਕਾਨੂੰਨ ਦੇ ਲੈਵਲ ਤੇ ਗਲਤ ਹੋਇਆ, ਅਸੀਂ ਉਹਦੇ ਤੇ ਪਹਿਰਾ ਨਹੀਂ ਦਿੰਦੇ। ਔਰ ਜਿੱਥੇ ਤੱਕ
ਪੱਲੇ ਹੋਵੇ ਨਾ ਕੁਛ, ਤੇ ਫਿਰ ਬੰਦਾ ਕੁਛ ਮੂੰਹ ਵੀ ਕੱਢਦਾ ਤੇ ਕੱਢ ਕੇ ਵਿਖਾਉਂਦਾ। ਇਹਨਾਂ ਨੇ ਸੁਸਾਈਡ ਨੋਟ ਵਿਖਾਇਆ, ਮੈਂ ਥੈਂਕਫੁਲ ਹਾਂ ਇਹਨਾਂ ਦਾ। ਅੱਛਾ, ਜਿਹੜੇ ਉਹ ਸੋ ਕਾਲਡ ਵੱਡੇ ਜਰਨਲਿਸਟ ਬਣੇ ਆ, ਇਹੋ ਜਿਹੇ ਬੇਵਕੂਫ ਲੋਕ ਨੇ, ਚਾਹੇ ਬੇਅੰਤ ਕੌਰ ਸਾਡੇ ਆਪੋਜ਼ਿਟ ਹੈ, ਇੱਕ ਉਹ ਅਕਿਊਜ਼ ਹੈ ਸਾਡੇ ਲਈ ਅੱਜ ਦੀ ਤਰੀਕ 'ਚ, ਪਰ ਮੇਰੀ ਜਾਤੀ, ਮੈਂ ਉਹਨੂੰ ਕਦੀ ਸ਼ਕਲੋਂ ਵੇਖਿਆ ਵੀ ਨਹੀਂ, ਮੈਂ ਉਹਨੂੰ ਜਾਣਦਾ ਤੱਕ ਨਹੀਂ। ਮੇਰੇ ਸਾਹਮਣੇ ਖਿਲਾਰ ਦੋ, ਮੈਂ ਤਾਂ ਆਉਣਾ ਪਛਾਣਾ ਉਹਨੂੰ, ਕਿਉਂਕਿ ਮੇਰਾ ਕੋਈ ਜਾਤੀ ਉਹਦੇ ਨਾਲ ਰੌਲਾ ਨਹੀਂ ਹੈ, ਮੇਰਾ ਕਾਨੂੰਨੀ ਰੌਲਾ ਐਡਵੋਕੇਟ। ਮੈਂ ਉਹਨੂੰ ਕਦੀ ਚਪੇੜ ਵੀ ਨਹੀਂ ਮਾਰਨੀ, ਮੈਂ ਉਹਨੂੰ ਕਦੀ ਗਾਲ ਵੀ ਨਹੀਂ ਕੱਢਣੀ, ਪਰ ਕਾਨੂੰਨੀ ਤੌਰ ਤੇ ਜੇ ਉਹ ਅਕਿਊਜ਼ ਹੈ, ਕਾਤਲ ਹੈ, ਤੇ ਮੈਨੂੰ ਕਾਤਲ ਕਹਿਣਾ। ਇਹੋ ਜਿਹੇ ਯੂਟਿਊਬਰ ਉਹਦੀਆਂ ਸੋਸ਼ਲ ਆਈਡੀਜ਼ ਨੂੰ ਪਬਲਿਕ 'ਚ ਕਰਦੇ ਨੇ, ਕਿੰਨੇ ਬੇਵਕੂਫ ਲੋਕ ਨੇ। ਯਾਨੀ ਕਿ ਮੈਂ ਤੁਹਾਡਾ ਪਾਸਪੋਰਟ ਸਕੈਨ ਕਰਕੇ ਤਾਂ ਅੱਜ ਤੱਕ ਮੈਂ ਤੁਹਾਨੂੰ ਉਹਦਾ, ਮੈਂ ਬੇਅੰਤ ਕੌਰ ਦਾ ਪਾਸਪੋਰਟ ਨਹੀਂ ਦਿਖਾਇਆ। ਮੇਰੇ ਕੋਲ ਹੋਰ ਉਹਦੀਆਂ 50 ਆਈਡੀਆਂ ਪਈਆਂ ਨੇ, ਮੈਂ ਨਹੀਂ ਅੱਜ ਤੱਕ ਦਿਖਾਈਆਂ, ਕਿਉਂਕਿ ਅਸੀਂ ਇੱਕ ਐਥੀਕਲ ਪ੍ਰੋਫੈਸ਼ਨਲ ਹਾਂ, ਸਾਨੂੰ ਐਥਿਕਸ ਸਿਖਾਏ ਜਾਂਦੇ ਨੇ। ਇੱਕ ਲੜਕੀ ਦੀ ਨੰਗੀ ਫੋਟੋ ਮੇਰੇ ਕੋਲ ਆਉਂਦੀ ਹੈ, ਮੈਂ ਅਦਾਲਤ 'ਚ ਨੰਗੀ ਫੋਟੋ ਨਹੀਂ ਲਾਉਂਦਾ, ਮੈਂ ਉੱਥੇ ਇੱਕ ਪੇਜ ਲਾਉਣਾ ਕਿ ਨਿਊਡ ਫੋਟੋਗ੍ਰਾਫ ਆਫ ਏ ਗਰਲ ਇੰਟੈਂਸ਼ਨਲੀ ਨਾਟ ਅਟੈਚਡ ਕੀਪਿੰਗ ਇਨ ਵਿਊ ਦਾ ਸੈਂਟਿਟੀ ਆਫ ਏ ਫੀਮੇਲ। ਅਸੀਂ ਉੱਥੇ ਚਿੱਟਾ ਵਰਕਾ ਉਹਦੇ ਤੇ 2 ਲਾਈਨਾਂ ਲਿਖ ਕੇ ਲਾਉਂਦੇ ਹਾਂ, ਨਾਲੇ ਵੀ ਲਿਖ ਕੇ ਲਾਉਂਦੇ ਹਾਂ, ਦ ਸੇਮ ਕੈਨ ਬੀ ਰੀਪਰੋਡਿਊਸਡ ਇਨ ਏ ਸੀਲਡ ਇਨਵੈਲਪ ਔਨ ਆਰਡਰ ਆਫ ਆਨਰੇਬਲ ਕੋਰਟ। ਇਹ ਮਰਿਆਦਾ ਸਾਨੂੰ ਅਦਾਲਤ ਨੇ, ਕਾਨੂੰਨ ਨੇ ਸਿਖਾਈ ਹੈ। ਚਾਹੇ ਉਹ ਯੂਜ਼ ਕਿਉਂ ਨਾ ਹੋਵੇ, ਉਹ ਲੜਕੀ ਕ੍ਰਿਮੀਨਲ ਕਿਉਂ ਨਾ ਹੋਵੇ, ਫਿਰ ਵੀ ਅਸੀਂ ਲੜਕੀ ਦੀ ਮਰਿਆਦਾ, ਇੱਕ ਲੜਕੀ ਨੂੰ ਬਦਨਾਮ ਨਹੀਂ ਕਰਨਾ। ਇੱਕ ਇਕੱਲੀ ਇੰਡੀਵਿਜੂਅਲ ਨੇ ਕੋਈ ਗੰਦਾ ਕੰਮ ਕੀਤਾ, ਇਹਦਾ ਮਤਲਬ ਇਹ ਨਹੀਂ ਕਿ ਸਾਰੀਆਂ ਕੁੜੀਆਂ ਮਾੜੀਆਂ। ਸਾਡੀਆਂ ਧੀਆਂ ਭੈਣਾਂ ਬਾਹਰ ਹੈ, ਅਸੀਂ ਦਿਲ ਨਾਲ ਲਾਉਂਦੇ, ਪਿਆਰ ਕਰਦੇ, ਇਹਨਾਂ ਨੂੰ ਲਾਡ ਕਰਦੇ ਆ, ਇਹਨਾਂ ਲਈ ਚੀਜ਼ੀਆਂ ਲੈ ਕੇ ਆਉਂਦੇ ਆ, ਆਫਟਰ ਆਲ ਸਾਡਾ ਪਰਿਵਾਰ ਹੈ। ਪਰ ਜਿਹੜਾ ਕ੍ਰਿਮੀਨਲ ਹੈ ਉਹ ਕ੍ਰਿਮੀਨਲ ਹੈ। ਸੋ ਇਹੋ ਜਿਹੇ ਮਤਲਬ ਜਿਹੜੇ ਗਲਤ ਚੈਨਲ, ਝੂਠੇ ਜਿਹੜੇ ਯੂਟਿਊਬਰਸ, ਚੈਨਲ ਨਹੀਂ ਕਹਾਂਗਾ, ਯੂਟਿਊਬਰਸ, ਉਹਨਾਂ ਨੂੰ ਮੈਂ ਅਕਲ ਦੇਣਾ ਚਾਹੁੰਦਾ ਕਿ ਕਦੀ ਤੁਹਾਡੇ ਹੱਥ 'ਚ ਵੀ ਇਹੋ ਜਿਹੀ ਚੀਜ਼ ਆਵੇ ਤੇ ਨਹੀਂ ਅੱਗੇ ਸ਼ੋਅ ਕਰਨੀ, ਬਿਨਾਂ ਕਿਸੇ ਦੀ ਮਰਜ਼ੀ ਤੋਂ ਉਹਦੀ ਤੁਸੀਂ ਫੋਟੋ ਨਹੀਂ ਲਾ ਸਕਦੇ। ਸੋ ਸਾਡੇ ਕੋਲ ਬੜੇ ਪ੍ਰੂਫ ਨੇ ਭਾਜੀ, ਜੇ ਉਹਨਾਂ ਕੋਲ ਪ੍ਰੂਫ ਨੇ ਬੇਅੰਤ ਕੌਰ ਐਂਡ ਪਾਰਟੀ ਕੋਲ, ਤੇ ਉਹ ਲਿਆਵੇ, ਸਾਹਮਣੇ ਰੱਖ ਦੇਵੇ। ਇਸ ਵੇਲੇ ਤੇ ਮੌਕਾ ਹੈ, ਉਹ ਵੱਡਾ ਖੁਲਾਸਾ ਆ ਕੇ ਥਾਣੇ 'ਚ ਕਰ ਦੇਣ, ਉਹਨਾਂ ਦੀ ਜਾਨ ਛੁੱਟਦੀ ਹੈ, ਛੁਡਾ ਲੈਣ, ਹੈਗਾ ਕੁਛ ਤੇ ਲਿਆਉਣ। ਮੈਂ ਤਾਂ ਇਹ ਕਹਿੰਦਾ ਕਿ ਜਿਹੜੀਆਂ ਇਹਨਾਂ ਨੇ, ਇਹਨਾਂ ਦੇ ਵਕੀਲ ਸਾਹਿਬ ਦੇ ਥਰੂ ਜਾਂ ਮੀਡੀਆ 'ਚ ਇਹਨਾਂ ਨੇ ਪ੍ਰੂਫ ਦਿਖਾਏ ਨੇ, ਸਾਈਨ ਕਰਕੇ ਪੁਲਿਸ ਨੂੰ ਦੇ ਦੇਣ ਕਿ ਮੈਂ ਹਸਬੈਂਡ ਦਾ ਨਾਂ ਚੜਾਇਆ ਸੀ। 306 ਮੁੱਕਦੀ ਹੈ, ਕਤਲ ਦਾ ਕੇਸ ਮੁੱਕਦਾ, ਦਿਖਾਵੇ ਤੇ ਸਹੀ ਹੁੰਦਾ, ਤੇ ਹੁਣ ਤੱਕ ਦਿਖਾ ਨਾ ਦਿੰਦੀ। ਪਰ ਡਾਕੂਮੈਂਟ ਮੈਨੂੰ ਕਿਹੜਾ ਚਾਹੀਦਾ, ਜਿਹੜਾ ਡਾਕੂਮੈਂਟ ਐਕਨੋਲੇਜਮੈਂਟ ਸਲਿੱਪ ਆਈ ਹੋਵੇ ਥਰੂ ਕੈਨੇਡੀਅਨ ਰੈਵਨਿਊ ਸਰਵਿਸਿਜ਼ CRS ਤੋਂ ਆਈ ਹੋਵੇ, ਮੈਂ ਉਹਦੀ ਗੱਲ ਕਰਦਾ। ਹਾਂ, ਤੂੰ ਕੋਈ ਹੋਰ ਵੀ ਡਾਕੂਮੈਂਟ ਦੇਣਾ ਚਾਹੁੰਦੀ ਬੇਅੰਤ ਕੌਰ, ਆਪਣੇ ਸਾਈਨ ਕਰ, ਆਪਣੇ ਮਾਪਿਆਂ ਨੂੰ ਰਜਿਸਟਰੀ ਕਰਾ, ਉਹ ਸਾਈਨ ਕਰਨ ਤੇ ਜਾ ਕੇ ਟੈਂਡਰ ਕਰ ਦੇਣ। ਜੇ ਤੇਰਾ ਬਚਾਅ ਹੁੰਦਾ, ਕਰਦੀ ਕਿਉਂ ਨਹੀਂ ਪਈ, ਸੁੱਤੀ ਕਿਉਂ ਪਈ ਹੈ? ਪਹਿਲਾਂ ਤੇ ਬੜਾ ਮੀਡੀਆ ਕਰਕੇ ਬੋਲਦੀ ਸੀ ਆ ਕੇ ਚੈਨਲਾਂ ਤੇ ਕਿ ਮੈਂ ਇਹ ਤੇ ਮੈਂ ਉਹ। ਚਾਚਾ ਕੌਣ ਹੁੰਦਾ ਬੋਲਣ ਵਾਲਾ? ਉਹ ਸਾਡਾ ਲੱਗਦਾ ਵੀ ਕੁਛ ਨਹੀਂ। ਜੇ ਲੱਗਦਾ ਕੁਛ ਨਹੀਂ ਤੇ ਉਹਨੇ ਮੁੰਡੇ ਤੇ ਕਾਰ ਵਿਹਾਰ ਵੀ ਉਹਨੇ ਕੀਤੇ, ਉਹਨੇ ਪਰਿਵਾਰ ਵੀ ਉਹਨੇ ਕੀਤਾ। ਔਰ ਮੈਂ ਥੈਂਕਫੁਲ ਹਾਂ ਹਿੰਦੀ ਵੀਰ ਵਰਗੇ ਭਰਾਵਾਂ ਦਾ, ਜਿਹੜੇ ਇਹੋ ਜਿਹੇ ਮੁੱਦੇ ਨੂੰ ਚੁੱਕਦੇ ਨੇ। ਕਈ ਮੁੱਦੇ ਨੇ ਜਿਹੜੇ ਹੋਏ ਤੇ ਦੱਬ ਗਏ। ਆਪਾਂ ਅੱਜ ਇੱਕ ਹੋਰ ਡਿਸਕਸ਼ਨ ਕਰਾਂਗੇ ਲਵਪ੍ਰੀਤ ਲਵੀ ਦੀ ਵੀਰ, ਉਹਦੀ ਸੱਸ ਨਰਸ ਹੈ, ਉਹਨੇ ਉਹਨੂੰ ਜ਼ਹਿਰ ਦਾ ਟੀਕਾ ਲਾ ਕੇ ਮਾਰਿਆ। 306 ਦਾ ਪਰਚਾ ਦਰਜ ਹੋ ਚੁੱਕਾ ਹੈ, ਔਰ ਪਰ ਮਾਮਲਾ ਦੱਬਿਆ ਪਿਆ। ਲੁਧਿਆਣੇ ਦਾ ਹੀ ਮਾਮਲਾ ਹੈ, ਹੈਬੋਵਾਲ ਥਾਣੇ ਦਾ। ਸੋ ਆਪਾਂ ਉਹਦੇ 'ਤੇ ਵੀ ਚਰਚਾ ਕਰਾਂਗੇ, ਉਹਦੇ ਵੀ ਆਪਾਂ ਆਪਣੇ ਦਰਸ਼ਕਾਂ ਨੂੰ ਖੁਲਾਸੇ ਕਰਾਂਗੇ, ਦੱਸਾਂਗੇ ਵੀ ਕੀ ਕੁਛ ਹੋ ਰਿਹਾ ਉਹਨਾਂ ਨਾਲ ਜੀ। ਤੇ ਸਰ ਜਿਵੇਂ ਹੁਣ 420 ਤੋਂ ਬਾਅਦ 'ਚ 306 ਲੱਗ ਚੁੱਕੀ ਹੈ, ਤੇ ਜੇਕਰ ਇਹਨਾਂ ਧਰਾਵਾਂ ਤੇ ਵੀ ਦੇਖਿਆ ਜਾਵੇ ਤਾਂ ਕਿੰਨੀ ਸਜ਼ਾ ਬਣਦੀ ਹੈ, ਕੀ ਸਜ਼ਾ ਹੋ ਸਕਦੀ? ਆਪਾਂ ਪਹਿਲਾਂ ਕਾਨੂੰਨ ਹੀ ਪੜ੍ਹਦੇ ਹਾਂ। 306 ਅਬੈਟਮੈਂਟ ਆਫ ਸੁਸਾਈਡ, ਆਹ ਲੋ ਕ੍ਰਿਮੀਨਲ ਮੈਨੂਅਲ ਹੈ, ਮੇਰੇ ਦਰਸ਼ਕ ਵੀ ਵੇਖ ਲੈਣ। ਇਹ ਸਾਡਾ ਗ੍ਰੰਥ ਹੈ, ਪੁਲਿਸ ਵੀ ਇਹਨੂੰ ਪੜ੍ਹਦੀ ਹੈ, ਜੱਜ ਸਾਹਿਬ ਵੀ ਇਹਨੂੰ ਪੜ੍ਹਦੇ ਹੈ, ਵਕੀਲ ਵੀ ਇਹਨੂੰ ਪੜ੍ਹਦੇ ਹੈ, ਹਰ ਬੰਦਾ ਜਿਹਨੇ ਕਾਨੂੰਨ ਦੇ ਕੋਈ ਪ੍ਰੈਕਟਿਸ ਕਰਨੀ ਹੈ ਉਹ ਇਹਨੂੰ ਪੜ੍ਹਦਾ ਹੈ। ਇਹ ਸਾਡਾ ਗ੍ਰੰਥ ਹੈ, ਕਾਨੂੰਨ ਦਾ ਗ੍ਰੰਥ। ਕਹਿੰਦਾ ਇਫ ਐਨੀ ਪਰਸਨ ਕਮਿਟਸ ਸੁਸਾਈਡ, ਜੇ ਕੋਈ ਬੰਦਾ ਆਤਮ ਹੱਤਿਆ ਕਰਦਾ, ਹੂ ਐਵਰ ਅਬੈਟਸ ਦ ਕਮਿਸ਼ਨ ਆਫ ਦੀ ਸੁਸਾਈਡ, ਜਿਹੜਾ ਵੀ ਵਿਅਕਤੀ ਉਸ ਸੁਸਾਈਡ ਦੀ ਹੋਂਦ ਵਾਸਤੇ ਉਹਨੂੰ ਪ੍ਰੈਸ਼ਰਾਈਜ਼ ਕਰਦਾ, ਉਹਨੂੰ ਅਬੈਟ ਕਰਦਾ, ਉਕਸਾਉਂਦਾ ਹੈ, ਤੰਗ ਕਰਦਾ ਹੈ, ਪਰੇਸ਼ਾਨ ਕਰਦਾ ਹੈ ਜਾਂ ਕਾਰਨ ਬਣਦਾ ਹੈ, ਸ਼ੈਲ ਬੀ punished with imprisonment of either description of a term which may extend to 10 years, 10 ਸਾਲ, and shall be liable to with fine ਤੇ 10 ਸਾਲ ਦੀ ਕੈਦ। ਇਹਦੇ ਵਿੱਚ ਹੋਰ ਅੱਗੇ ਅਮੈਂਡਮੈਂਟਸ ਆ ਚੁੱਕੀਆਂ, ਇਹਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਵੀ ਹੈ। ਔਰ ਇਹਦੇ ਵਿੱਚ ਮੈਂ ਇੱਕ ਚੀਜ਼ ਦਾ ਹੋਰ ਸ਼ਿਓਰ ਹਾਂ, ਮੈਂ ਹੁਣ ਪੰਜਾਬ ਪੁਲਿਸ ਨੂੰ ਦੇਣ ਵਾਲਾ ਇਹਦੀ ਚਿੱਠੀ,
ਕਿ ਇਸ ਪੂਰੀ ਕਮਿਸ਼ਨ ਵਿੱਚ ਲਗਭਗ 30 ਤੋਂ 35 ਲੱਖ ਦੀ ਠੱਗੀ ਵੀ ਵੱਜੀ ਹੈ। ਔਰ ਉਹਦੇ ਵਿੱਚ ਕਾਲਮ ਹੁੰਦਾ FIR 'ਚ ਵੀ ਕਿੰਨੇ ਰੈਵਨਿਊ ਦਾ ਲਾਸ ਹੋਇਆ। ਉਹਦੇ ਤੇ ਮੈਂ ਉਹਨੂੰ ਐਡੀਸ਼ਨ ਕਰਾਉਣ ਲੱਗਾ। ਕਰਾਉਣ ਤੋਂ ਬਾਅਦ ਸੈਕਸ਼ਨ 357 ਮੈਂ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾਉਣਾ। 357 CRPC 357 CRPC ਕਹਿੰਦਾ ਹੈ ਕਿ ਜੇ ਕਿਸੇ ਬੰਦੇ ਨੇ ਕੋਈ ਵੀ ਇਹੋ ਜਿਹਾ ਕੰਮ ਕੀਤਾ ਤੇ ਉਹਨੂੰ ਉਹਦਾ ਜੋ ਲਾਸ ਹੋਇਆ ਉਹ ਉਹਨੂੰ ਸਟੇਟ ਪੂਰਾ ਕਰਕੇ ਦੇਵੇਗੀ। ਸੋ ਜਿੱਥੋਂ ਤੱਕ ਪੈਸਿਆਂ ਦਾ ਸਵਾਲ ਹੈ ਉਹ ਅਸੀਂ ਸਰਕਾਰ ਕੋ ਕਲੇਮ ਕਰਨਾ ਹੈ। ਔਰ ਜਦੋਂ ਬੇਅੰਤ ਕੌਰ ਤੇ ਉਹਦੇ ਪਰਿਵਾਰ ਨੂੰ ਫਾਈਨ ਹੋਣਾ ਉਹਦੇ ਵਿੱਚੋਂ ਪੈਸੇ ਇਨਕਲੂਡ ਹੋਣੇ ਆ। ਕੰਪਨਸੇਸ਼ਨ ਟੂ ਬੀ in addition to fine under section 326A, section 376D and O ਉਹ ਦੋ ਹੋਰ ਧਾਰਾ ਨੇ। 357 ਵਿਕਟਮ ਕੰਪਨਸੇਸ਼ਨ ਸਕੀਮ, ਜਿਹੜੇ ਵਿਕਟਮ ਹੋਣ ਉਹਨਾਂ ਨੂੰ ਕੰਪਨਸੇਸ਼ਨ ਦਿੱਤੀ ਜਾਂਦੀ ਹੈ। ਔਰ ਅੱਗੇ ਮੈਂ ਤੁਹਾਨੂੰ ਹੋਰ ਪੜ੍ਹਾਉਣਾ, ਠਹਿਰੋ ਮੈਨੂੰ ਲੱਭ ਲੈਣ ਦਿਓ। ਆਰਡਰ ਟੂ ਪੇ ਕੰਪਨਸੇਸ਼ਨ ਵੈਨ ਏ ਕੋਰਟ ਇੰਪੋਜ਼ਿਜ਼ ਏ ਸੈਂਟੈਂਸ ਆਫ ਫਾਈਨ ਔਰ ਏ ਸੈਂਟੈਂਸ ਇਨਕਲੂਡਿੰਗ ਸੈਂਟੈਂਸ ਆਫ ਡੈਥ, ਕਿਸੇ ਨੂੰ ਮੌਤ ਦੀ ਸਜ਼ਾ ਵੀ ਸੁਣਾਵੇ, ਆਫ ਵਿਚ ਫਾਈਨ ਕਮਸ ਐਜ਼ ਏ ਪਾਰਟ, ਜਿਹਦੇ ਵਿੱਚ ਜਿਹੜਾ ਫਾਈਨ ਹੈ ਪੈਸਿਆਂ ਦਾ ਫਾਈਨ, ਜੁਰਮਾਨਾ ਜਿਹਨੂੰ ਆਪਾਂ ਕਹਿੰਦੇ ਆ, ਉਹ ਉਸ ਪਨਿਸ਼ਮੈਂਟ ਦਾ ਹਿੱਸਾ ਹੋਵੇ। ਦਾ ਕੋਰਟ ਮੇ ਵੈਨ ਪਾਸਿੰਗ ਜਜਮੈਂਟ ਆਰਡਰ ਦੀ ਹੋਲ ਔਰ ਐਨੀ ਪਾਰਟ ਆਫ ਦੀ ਫਾਈਨ ਰਿਕਵਰਡ ਟੂ ਬੀ ਅਪਲਾਈਡ ਇਨ ਡਿਫਰਿੰਗ ਦਾ ਐਕਸਪੈਂਸਿਸ ਪ੍ਰੋਪਰਲੀ ਇਨਕਰਡ ਬਾਈ ਦੀ ਪ੍ਰੋਸੀਕਿਊਸ਼ਨ। ਈਵਨ ਅਦਾਲਤ ਦਾ ਖਰਚਾ, ਕੋਰਟ ਤੇ ਵਿਕਟਮ ਨੇ ਜੋ ਖਰਚਾ ਕੀਤਾ ਵਕੀਲ ਕਰਨ ਦਾ, ਆਉਣ ਜਾਣ ਦਾ, ਉਹ ਸਾਰੇ ਖਰਚੇ। ਔਰ ਇਹ ਬੜੀ ਲੰਬੀ ਸਟੋਰੀ ਆ, ਪੜ੍ਹਾਂਗਾ ਤਾਂ ਬੜਾ ਲੰਬਾ ਚੈਨਲ ਚੱਲ ਜਾਏਗਾ, ਟਾਈਮ ਚੱਲ ਜਾਏਗਾ। ਸੋ ਸਾਡੇ ਕੋਲ ਉਹ ਵੀ ਪ੍ਰੋਵੀਜ਼ਨ ਹੈਗੀ ਹੈ। ਤੇ ਮੈਂ ਇਹਦੇ ਕੋਲੋਂ ਭੀਖ ਥੋੜ੍ਹੀ ਮੰਗਦਾ, ਨਾ ਮੇਰਾ ਪਰਿਵਾਰ ਮੰਗਦਾ ਪਿਆ। ਸਾਨੂੰ ਇਹਦੇ ਕੋਲ ਕੋਈ ਪੈਸਾ ਨਹੀਂ ਚਾਹੀਦਾ। ਅਸੀਂ ਕੋਰਟ ਦੇ ਥਰੂ ਸਭ ਕੁਝ ਲਵਾਂਗੇ। ਫਿਲਹਾਲ ਸਿਰ ਤੇ ਪਈ ਹੈ, ਕਿੱਲਾ ਪੈਲੀ ਵੇਚ ਕੇ ਕਰਜ਼ਾ ਲਾ ਦਾਂਗੇ, ਮੁੜ ਕੇ ਆਪਾਂ ਕੱਲਾ ਕੱਲਾ ਰੁਪਈਆ ਥਰੂ ਕੋਰਟ ਲਵਾਂਗੇ ਜੁਰਮਾਨੇ ਦੇ ਤੌਰ ਤੇ, ਤਾਂ ਕਿ ਇਹਨਾਂ ਦਾ ਘਰ-ਬਾਰ ਵਿਕੇਗਾ। ਫਿਰ ਇਹਨਾਂ ਨੂੰ ਆਏਗੀ ਅਕਲ, ਇਹੋ ਜਿਹੇ ਕਈਆਂ ਨੂੰ ਅਕਲ ਆਏਗੀ। ਸੋ ਅਸੀਂ ਕਲੀਅਰ ਹਾਂ ਵੀ ਅਸੀਂ ਕਾਨੂੰਨੀ ਤੌਰ ਤੇ ਚੱਲਣਾ, ਟੋਟਲੀ ਕਾਨੂੰਨੀ ਤੌਰ ਤੇ। ਔਰ ਕਨਫਰਮ ਆ, ਜਿੱਦਾਂ ਜਿੱਦਾਂ ਆਪਾਂ ਅੱਜ ਤੱਕ ਜਿੰਨੇ ਵੀ ਖੁਲਾਸੇ ਕੀਤੇ ਆ ਉਸ ਤੋਂ ਪਹਿਲਾਂ ਅਸੀਂ ਜੋ ਸ਼ਬਦ ਬੋਲੇ ਆ ਪੂਰੇ ਕੀਤੇ ਆ। ਜਨਤਾ ਦੀ ਅਦਾਲਤ 'ਚ ਵੀ ਅਸੀਂ ਸੱਚੇ ਹਾਂ। ਅਸੀਂ ਜੋ ਗੱਲ ਕਹੀ ਹੈ, ਚਾਹੇ ਉਹ ਹਿੰਦੀ ਵੀਰ ਜੀ ਨੇ ਕਹੀ ਹੈ, ਚਾਹੇ ਅਸ਼ੋਕ ਅਰੋੜਾ ਜੀ ਨੇ ਕਹੀ ਹੈ, ਚਾਹੇ ਮੈਂ ਕਹੀ ਹੈ, ਅਸੀਂ ਉਹਦੇ ਤੇ ਅੱਜ ਤੱਕ ਖਰੇ ਉਤਰੇ ਹਾਂ। ਕੰਮ ਜਵਾਬ ਦਿੰਦਾ ਪਿਆ ਸਾਡੀਆਂ ਗੱਲਾਂ ਦਾ। ਅਸੀਂ ਸਿਰਫ ਗੱਲਾਂ ਕਰਨ ਨਹੀਂ ਬੈਠੇ। ਅਸੀਂ ਜੇ ਕਹਿੰਦੇ ਸੀ ਵੱਡੇ ਖੁਲਾਸੇ ਕਰਾਂਗੇ ਤੇ ਹੋ ਗਏ। ਇਸ ਤੋਂ ਅਗਲੇ ਵੱਡੇ ਖੁਲਾਸੇ ਵੀ ਬਸ ਜਲਦੀ ਆਉਣਗੇ ਤੁਹਾਡੇ ਕੋਲ, ਬਹੁਤ ਜਲਦੀ ਜੀ। ਜਿਵੇਂ ਸਰ ਕੇਸ ਦੀ ਸਟਾਰਟਿੰਗ ਤੋਂ ਹੀ ਰਵਦੀਪ ਸਿੰਘ ਜੌਹਲ ਦਾ ਨਾਮ ਆਇਆ, ਉਹਦੀ ਇੱਕ ਫੋਟੋ ਵੀ ਆਈ ਆ ਤੇ ਇੰਨੀਆਂ ਮਤਲਬ ਲੋਕਾਂ ਵੱਲੋਂ ਵੀ ਇਹ ਦਬਾਅ ਪਾਇਆ ਗਿਆ ਇੱਕ ਤਰੀਕੇ ਦਾ ਸੋਸ਼ਲ ਮੀਡੀਆ ਤੇ ਕਿ ਰਵਦੀਪ ਸਿੰਘ ਜੌਹਲ ਆਪਣਾ ਪੱਖ ਰੱਖੇ, ਪਰ ਹਾਲੇ ਤੱਕ ਉਹ ਕੁਝ ਵੀ ਨਹੀਂ ਬੋਲਿਆ। ਕਿ ਹੁਣ ਰਵਦੀਪ ਸਿੰਘ ਜੌਹਲ ਦੇ ਖਿਲਾਫ ਵੀ ਕੋਈ ਐਕਸ਼ਨ ਜਾਂ ਕੋਈ ਕਾਰਵਾਈ ਦੀ? ਭਾਜੀ ਮੈਂ ਤੇ ਕਲੀਅਰ ਕਹਿਣਾ, ਰਵਦੀਪ ਸਿੰਘ ਜੌਹਲ ਦੇਖੋ, ਪਹਿਲਾਂ ਉਹਦੀ ਬੇਅੰਤ ਦੀ ਡੈਡੀ ਕਹਿੰਦੇ ਆ ਕਿ ਉਹਦੇ ਤਿਲ ਹੈ ਜੀ, ਸਾਡੀ ਕੁੜੀ ਦੇ ਉੱਤੇ ਤਿਲ ਮਟਾਤਾ, ਮੰਨ ਗਏ ਇਹ ਸਾਡੀ ਕੁੜੀ ਦੀ ਫੋਟੋ ਹੀ ਹੈ ਨਹੀਂ। ਫਿਰ ਕੁੜੀ ਕਹਿੰਦੀ ਹੈ ਇਹ ਗਲਤ ਹੈ ਫੋਟੋ, ਫਿਰ ਕਹਿੰਦੀ ਹੈ ਗਰੁੱਪ ਫੋਟੋ ਹੈ, ਫਿਰ ਕਹਿੰਦੀ ਹੈ ਅਸੀਂ ਗਰੁੱਪ 'ਚ ਜੱਫੀ ਪਾ ਕੇ ਇੱਦਾਂ ਖੜੇ ਸੀ। ਭਾਜੀ ਤੁਸੀਂ ਵੀ ਮੈਂ ਗਰੁੱਪ ਫੋਟੋ ਖਿਚਾਉਂਦੇ ਕਿੰਨੀ ਵਾਰੀ ਇੰਝ ਖਲੋਨੇ ਆ। ਮੇਰਾ ਕੋਈ ਤੁਹਾਡੇ ਨਾਲ ਰਿਸ਼ਤਾ ਹੋਏਗਾ ਤੇ ਖਲੋਵਾਂਗਾ, ਤੇ ਜੇ ਉਹ ਮੇਰੀ ਸਾਡੀ ਭੈਣ ਇੱਥੇ ਖਲੋਤੀ ਹੋਏਗੀ, ਜੇ ਉਹ ਪੱਕੀ ਮੇਰੀ ਭੈਣ ਹੈ ਫਿਰ ਤੇ ਭਾਵੇਂ ਮੈਂ ਉਹਦੇ ਨਾਲ ਇੰਝ ਫੋਟੋ ਖਿਚਾ ਲਾਂ। ਜੇ ਮੇਰੀ ਮੂੰਹ ਬੋਲੀ ਭੈਣ ਹੈ ਫਿਰ ਵੀ ਮੈਨੂੰ ਪਬਲਿਕ ਪਲੇਸ 'ਚ ਐਟਲੀਸਟ ਸੋਚਣਾ ਪਏਗਾ ਉਹਦੇ ਨਾਲ ਇਸ ਪੋਸਚਰ 'ਚ ਜੱਫੀ ਪਾ ਕੇ ਫੋਟੋ ਖਿਚਾਉਣ ਦਾ। ਤੇ ਜੇ ਉਹਨੇ ਜੱਫੀ ਪਾ ਕੇ ਫੋਟੋ ਖਿਚਾਈ ਹੈ ਤੇ ਕੁਛ ਤੇ ਨੇੜਤਾ ਸੀਗੀ। ਬਾਕੀ ਮੋਬਾਈਲ ਨਾਲ ਸ਼ੀਸ਼ੇ 'ਚ ਦੇਖ ਰਿਹਾ, ਮਿਰਰ 'ਚ ਪੂਰਾ ਦਿਖ ਰਿਹਾ ਸਾਰਾ ਕੁਝ। ਸੋ ਜੇ ਗਰੁੱਪ ਫੋਟੋ ਹੈ ਤੇ ਬਾਕੀ ਗਰੁੱਪ ਅਜੇ ਤੱਕ ਪੇਸ਼ ਕਿਉਂ ਨਹੀਂ ਹੋਇਆ? ਗੱਲ ਪਤਾ ਗੱਲ ਉਹ ਕਰੀਏ ਜਿਹੜੀ ਗੱਲ ਹੋਵੇ। ਐਵੇਂ ਝੂਠ ਬੋਲਣ ਨਾਲ ਹੋਏਗਾ ਕਿ ਇੱਕ ਨੂੰ ਛੁਪਾਉਣ ਲਈ 100 ਝੂਠ। ਇਹ ਤੇ ਸਾਰੀ ਦੁਨੀਆ ਦੀ ਜਨਤਾ ਤੇ ਉਹਨੂੰ ਸਜ਼ਾ ਦੇ ਚੁੱਕੀ ਹੈ ਕਿ ਤੂੰ ਦੋਸ਼ਣ ਹੈ। ਔਰ ਅੱਜ ਵਿਸਰਾ ਰਿਪੋਰਟ ਨੇ ਵੀ ਕਹਿ ਤਾ ਤੂੰ ਕਾਤਲ ਹੈ। ਬੇਅੰਤ ਕੌਰ ਤੂੰ ਮੇਰੀ ਗੱਲ ਸੁਣ ਰਹੀ ਹੈ, ਬੜੇ ਗੌਰ ਨਾਲ ਸੁਣਦੀ ਪਈ ਹੈ। ਤੈਨੂੰ ਅੱਜ ਵੀ ਅਕਲ ਦਿੰਦਾ ਹੀ ਮੈਂ। ਆਪਣਾ ਵੱਡਾ ਭਰਾ ਸਮਝ ਲੈ, ਆਪਣਾ ਚਾਚਾ ਤਾਇਆ ਪਿਓ ਦਾਦਾ ਜੋ ਸਮਝਣਾ ਸਮਝ ਲੈ। ਆਫਟਰ ਆਲ ਤੇਰੇ ਮਤਲਬ ਇੱਕ ਸਟੈਪ ਉੱਤੇ ਤੇਰੇ ਫਾਦਰ ਦੀ ਕੈਟਾਗਰੀ 'ਚ ਆਉਣਾ ਮੈਂ, ਜੇ ਮੇਰੀ ਉਮਰ ਉਹਨਾਂ ਦੇ ਆਸ-ਪਾਸ ਹੈ। ਸੋ ਮੈਂ ਤੈਨੂੰ ਅੱਜ ਵੀ ਰਾਏ ਦਿੰਦਾ, ਅੱਜ ਵੀ ਗਲਤੀ ਮੰਨ ਲੈ, ਮਾਫੀ ਮੰਗ ਲੈ, ਚੰਗੀ ਰਹੇਂਗੀ, ਨਹੀਂ ਤਾਂ ਬਖਸ਼ਣਾ ਨਹੀਂ ਮੈਂ ਤੈਨੂੰ। ਤੇ ਤੇਰੇ ਵਰਗੀਆਂ ਜਿਹੜੇ ਵੀ ਮੁੰਡੇ ਕੁੜੀਆਂ ਕਬੂਤਰਬਾਜ਼ ਲਾੜੇ ਲਾੜੀਆਂ, ਇਹਨਾਂ ਨੂੰ ਮੈਂ ਕਹਿੰਦਾ ਫਰੋਡ ਲਾੜੇ ਲਾੜੀਆਂ,
ਮੈਂ ਨਹੀਂ ਬਖਸ਼ਦਾ, ਕਿਉਂਕਿ ਮੈਂ ਇੰਨਾ ਕੁ ਕੌੜਾ ਇਨਸਾਨ ਆ। 20 ਰੁਪਏ ਪਿੱਛੇ ਮੈਂ ਪਟਵਾਰੀ ਨੂੰ ਉਮਰ ਕੈਦ ਤੱਕ ਲੈ ਕੇ ਗਿਆ ਸੀ ਔਰ ਉਹਨੂੰ ਮੈਂ ਜੇਲ੍ਹ 'ਚ ਵੀ ਰੱਖਿਆ ਸੀ। ਉਹਦਾ ਵੀ ਇਹੋ ਗਲਤਫਹਿਮੀ ਸੀ ਕਿ ਮੇਰਾ ਕੁਝ ਨਹੀਂ ਕਿਸੇ ਨੇ ਵਿਗਾੜ ਸਕਣਾ, ਵੱਡੇ ਵੱਡੇ ਅਫਸਰ ਮੇਰੇ ਨਾਲ ਤੁਰਦੇ ਨੇ। ਸੋ ਇਸ ਗੱਲ ਨੂੰ ਧਿਆਨ ਰੱਖ, ਕਾਨੂੰਨ ਦਾ ਸ਼ਿਕੰਜਾ ਬਹੁਤ ਲੰਬਾ ਹੈ, ਕਾਨੂੰਨੀ ਲੜਾਈ ਤਰਨਾ ਪੂਰੀ ਲੜੀ ਜਾਏਗੀ। ਆਪਣੇ ਪੀਸ ਆਫ ਮਾਈਂਡ ਲਈ ਅਕਲ ਕਰ ਲਓ। ਜਿੰਨੇ ਵੀ ਇਹ ਫਰਾਡ ਹਸਬੈਂਡ ਵਾਈਫ ਨੇ, ਜਿਹੜੇ ਵੀ ਬਾਹਰ ਜਾ ਕੇ ਮੁੱਕਰ ਜਾਂਦੇ ਨੇ ਉਸ ਧਰਤੀ ਤੇ ਬਹਿ ਕੇ, ਤੇ ਇਸ ਕਰਕੇ ਨਾ ਧਿਆਨ ਰੱਖੋ, ਇਹਨਾਂ ਗੱਲਾਂ ਦਾ ਧਿਆਨ ਰੱਖੋ। ਯੈਸ ਸਰ, ਇੱਕ ਹੋਰ ਜੋ ਵੱਡਾ ਸਵਾਲ ਇਸ ਵੇਲੇ ਆ ਰਿਹਾ ਕਿ ਬੇਅੰਤ ਕੌਰ ਬਾਜਵਾ ਦੇ ਡਿਪੋਰਟ ਬਾਰੇ, ਉਹਦੇ ਬਾਰੇ ਕੋਈ ਜਾਣਕਾਰੀ ਦਿਓ ਕਿ ਕਿਉਂਕਿ ਲੋਕਾਂ ਦਾ ਸਭ ਤੋਂ ਮਤਲਬ ਇਸ ਵੇਲੇ ਦਾ ਵੱਡਾ ਸਵਾਲ ਜੋ ਮੰਗਦੇ ਪਏ ਆ ਵੀ ਉਹਨੂੰ ਫਾਂਸੀ ਦੀ ਸਜ਼ਾ ਜਾਂ 10 ਸਾਲ ਦੀ ਹੋਵੇ ਨਾ ਹੋਵੇ, ਪਰ ਡਿਪੋਰਟ ਹੋਵੇ। ਕਰਕੇ ਇੱਥੇ ਮੈਂ ਇਹ ਪ੍ਰੋਮਿਸ ਦਿੰਦਾ ਕਿ ਉਹ ਡਿਪੋਰਟ ਹੋਏਗੀ। ਇਹ ਪ੍ਰੋਮਿਸ ਹੈ ਮੇਰਾ, ਚਾਹੇ ਉਹ ਆਪ ਆ ਜਾਏ ਤੇ ਚਾਹੇ ਸਾਡਾ ਕਾਨੂੰਨ ਉਹਨੂੰ ਖਿੱਚ ਲਿਆਵੇ। ਕਿੱਦਣ ਹੋਏਗੀ ਉਹਦਾ ਖੁਲਾਸਾ ਆਉਣ ਵਾਲੇ ਥੋੜ੍ਹੇ ਦਿਨਾਂ ਤੱਕ ਮੇਰਾ ਹੱਥ ਪੱਕਾ ਹੋ ਜਾਏ। ਮੇਰੇ ਕੋਲ ਇਹ ਦੱਸ ਦਿੰਦਾ ਕਿ ਫੋਰਨ ਦੀਆਂ ਈਵਨ CBSA ਡਾਇਰੈਕਟਲੀ ਮੈਂ ਨਾਮ ਲੈਣਾ, ਜਿਹੜੀ ਉੱਥੋਂ ਦੀ ਬਾਰਡਰ ਏਜੰਸੀ ਹੈ, ਜਿਹੜੀ ਪਾਸਪੋਰਟ ਤੋਂ ਬਾਅਦ ਉਹਨਾਂ ਦਾ ਵੀਜ਼ਾ ਐਕਸਟੈਂਡ ਕਰਦੀ ਆ, ਉਹਦੀ ਤੱਕ ਮੈਨੂੰ ਕਨਫਰਮੇਸ਼ਨ ਆ ਚੁੱਕੀ। ਆਸਟ੍ਰੇਲੀਆ ਸਰਕਾਰ ਤੋਂ ਆ ਚੁੱਕੀ ਕਿ ਜੇ ਆਸਟ੍ਰੇਲੀਆ ਵਾਲਿਆਂ ਨੇ ਲਿਖਿਆ ਕਿ ਜਦੋਂ ਹੀ ਇਹੋ ਜਿਹਾ ਕੋਈ ਕ੍ਰਿਮੀਨਲ ਆਉਂਦਾ ਅਸੀਂ ਉੱਥੇ ਏਅਰਪੋਰਟ ਤੇ ਦਬੋਚ ਲੈਂਦੇ ਆ। ਸਿੰਗਾਪੁਰ, ਮਲੇਸ਼ੀਆ, 50 ਕੰਟਰੀ ਹੈ। ਅਫਗਾਨੀ ਮੇਰੇ ਤੇ ਜੂਨੀਅਰ ਇੰਨੇ ਐਕਸਾਈਟਡ ਹੈ, ਉਹਨਾਂ ਨੇ ਅਫਗਾਨਿਸਤਾਨ ਵੀ ਚਿੱਠੀਆਂ ਕੱਢਤੀਆਂ। ਉਹ ਮੈਂ ਕਿਹਾ ਓਏ ਕਾਕਾ, ਉੱਥੇ ਦੇ ਲੋਕ ਛੱਡ ਭੱਜਦੇ ਆ। ਕਹਿੰਦਾ ਸਰ ਗੁੱਸਾ ਚੜਿਆ ਸੀ, ਅਸੀਂ ਤੇ ਅਫਗਾਨਿਸਤਾਨ ਵੀ ਭੇਜਤੀ ਹੈ ਚਿੱਠੀ। ਮੈਂ ਕਿਹਾ ਇੰਨੀ ਉਹ ਬੇਵਕੂਫ ਨਹੀਂ ਬੇਅੰਤ ਕੌਰ ਕੇ ਅਫਗਾਨਿਸਤਾਨ ਚਲ ਜਾਏਗੀ। ਹਾਂ, ਨੇਪਾਲ, ਭੂਟਾਨ ਨੂੰ ਵੀ ਚਿੱਠੀ ਕੱਢ ਚੁੱਕੇ, ਸ਼੍ਰੀਲੰਕਾ ਨੂੰ ਕੱਢ ਚੁੱਕੇ ਆ, ਤਾਂ ਕਿ ਜਿੱਥੇ ਉਤਰ ਕੇ ਪੈਦਲ ਐਂਟਰੀ ਦਾ ਰਸਤਾ ਹੈ ਉਹ ਵੀ ਬੰਦ ਕਰਤਾ ਜਾਵੇ। ਸੋ ਅਸੀਂ 50-60 ਜਿਹੜੇ ਲੀਡਿੰਗ ਕੰਟਰੀਜ਼ ਹੈ ਜਿੱਥੇ ਜਾ ਕੇ ਉਹ ਕੋਈ ਰਿਲੀਫ ਮੰਗ ਸਕਦੀ ਸੀ, ਉਹਨਾਂ ਸਾਰੇ ਕੰਟਰੀਜ਼ ਤੱਕ ਈਮੇਲਾਂ, ਫੈਕਸ, ਤੇ ਇੰਡੀਆ 'ਚ ਜਿਹੜੀਆਂ ਉਹਨਾਂ ਦੀਆਂ ਐਮਬੈਸੀਆਂ ਉੱਥੇ ਅਸੀਂ ਹਾਰਡ ਕਾਪੀਆਂ ਬਾਏ ਪੋਸਟ ਭੇਜ ਚੁੱਕੇ ਹਾਂ। ਮੈਂ ਬਹੁਤ ਜਲਦੀ ਉਹਦੀਆਂ ਰਸੀਦਾਂ ਦਿਖਾਵਾਂਗਾ। ਤੇ 306 ਦੀ ਐਡੀਸ਼ਨ ਤੋਂ ਬਾਅਦ ਵੀ ਮੈਂ ਉਹਦੀ ਵੀ ਅਸੀਂ ਸਾਰੀਆਂ ਐਮਬੈਸੀਆਂ ਨੂੰ ਸਭ ਥਾਵਾਂ ਤੇ ਪਾ ਚੁੱਕੇ ਹਾਂ। ਔਰ CBSA ਨੇ ਸਾਨੂੰ ਨੈਕਸਟ ਕਨੈਕਸ਼ਨ ਦੇ ਦਿੱਤੇ ਹੈ ਕਿ ਹੁਣ ਇਸ ਤੋਂ ਬਾਅਦ ਤੁਸੀਂ ਇਸ ਕੇਸ ਲਈ ਇਸ ਟੀਮ ਨਾਲ ਆਪਣੀ ਜਿਹੜੀ ਉਹਨਾਂ ਦੀ ਅੰਦਰਲੀ ਇੰਟਰਨਲ ਟੀਮ ਹੈ, ਉਹਦੀ ਮੈਨੂੰ ਮੇਲ ਆਈ ਹੈ ਕਨਫਰਮੇਸ਼ਨ ਦੀ। ਸੋ ਉਹਦਾ ਵੀ ਪਟਾਕਾ ਪੈ ਜਾਏਗਾ ਜਲਦੀ, ਉਸ ਗੱਲ ਦਾ ਵੀ ਰਿਜ਼ਲਟ ਆ ਜਾਏਗਾ। ਔਰ ਇਹ ਮੇਰਾ ਵਾਅਦਾ ਹੈ ਜਨਤਾ ਨੂੰ, ਜਦ ਤੱਕ ਪਰਿਵਾਰ ਮੇਰਾ ਸਾਥ ਦੇਗਾ ਔਰ ਮੈਂ ਉਹਨਾਂ ਦਾ ਸਾਥ ਦੇ ਹੀ ਰਿਹਾ, ਤਦ ਤੱਕ ਦਾ ਤਾਂ ਮੈਂ ਗਰੰਟੀ ਲੈਣਾ ਕਿ ਡੈਫੀਨੇਟਲੀ ਮਿਸ਼ਨ ਅੰਤ ਕੌਰ ਦਾ ਅੰਤ ਹੋਏਗਾ ਔਰ ਇਸ ਜਨਤਾ ਦੀ ਦਲ। ਔਰ ਮੇਰੀ ਇੱਕ ਅਪੀਲ ਹੈ ਸਾਰੇ ਭੈਣ ਭਰਾਵਾਂ ਨੂੰ, ਜਦੋਂ ਵੀ ਤੁਹਾਡੇ ਕੋਲ ਕੋਈ ਮੂਵਮੈਂਟ ਆਉਂਦੀ ਹੈ, ਪਤਾ ਲੱਗਦਾ ਕੋਈ ਰਿਐਕਸ਼ਨ ਨਹੀਂ ਦੇਣਾ। ਪੀਸਫੁਲੀ ਲੈਟ ਦੈਟ ਅਕਿਊਜ਼ ਕਮ ਐਂਡ ਫੇਸ ਦਾ ਟਰਾਇਲ। ਕਿਸੇ ਕਿਸਮ ਦਾ ਕਿਸੇ ਨੇ ਕੋਈ ਹੁੱਲੜਬਾਜੀ, ਹਾਂ ਉਹਦੀ ਅਗੇਂਸਟ ਕੋਈ ਪ੍ਰੋਟੈਸਟ ਕਰਨਾ ਹੈ, ਡੋਲਿਆਂ ਤੇ ਕਾਲਾ ਰਿਬਨ ਬੰਨ੍ਹ ਲਿਓ ਤੇ ਆਪਣੀ ਵੀਡੀਓ ਬਣਾ ਕੇ ਪਾ ਦਿਓ ਕਿ ਵੀ ਆਰ ਵਿਦ ਲਵਪ੍ਰੀਤ। ਸ਼ੇਮ ਬੇਅੰਤ ਕੌਰ। ਇਸ ਤੋਂ ਅੱਗੇ ਕੋਈ ਐਕਸ਼ਨ ਕੋਈ ਭੈਣ ਭਰਾ ਨਹੀਂ ਕਰੇਗਾ, ਕੋਈ ਵਾਇਲੈਂਸ, ਕੋਈ ਹੁੱਲੜਬਾਜੀ, ਕੋਈ ਹੂਟਿੰਗ, ਨਥਿੰਗ। ਉਹ ਕੋਈ ਹੀਰੋ ਨਹੀਂ ਆਉਣਾ, ਇੱਕ ਦੋਸ਼ੀ ਆਉਣਾ, ਕਾਤਲ ਆਉਣਾ ਹੈ। ਸੋ ਉਹਨੂੰ ਪੰਪ ਦੇਣ ਦੀ ਲੋੜ ਨਹੀਂ, ਉਹਨੂੰ ਤੁਸੀਂ ਫੁੱਲਣ ਦੇ ਵੀ ਨਾ ਬਣਾ ਦਿਓ ਕਿ ਉਹ ਆਪਣੇ ਆਪ 'ਚ ਕਿਤੇ ਬਣ ਜੇ ਕਿ ਹਾਂ ਜੀ ਦੇਖੋ ਮੈਂ ਕਿੱਡੀ ਵੱਡੀ ਉਹ ਬਣ ਗਈ ਹਾਂ। ਨੋ 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 ਨੋ, ਇਫ ਸ਼ੀ ਇਜ਼ ਅਕਿਊਜ਼ ਲੈਟ ਹਰ ਬੀ ਅਕਿਊਜ਼। ਸੋ ਇਹੋ ਹੀ ਹੈ। ਕੱਲ੍ਹ ਨੂੰ ਰਵਦੀਪ ਆਉਂਦਾ ਹੈ, ਕੱਲ੍ਹ ਨੂੰ ਉਹਦੀਆਂ ਹੋਰ 4 ਸਹੇਲੀਆਂ ਆਉਂਦੀਆਂ, ਤੇ ਇਹ ਸਭ ਕੁਝ ਹੋਏਗਾ। ਸੋ ਉਹ ਜਿੰਨਾ ਮਰਜ਼ੀ ਡਾਟਾ ਵੀ ਡਿਲੀਟ ਕਰ ਲਿਆ ਆਪਣੇ ਮੋਬਾਈਲਾਂ ਦਾ, ਆਪਣੀ ਸਭ ਚੀਜ਼ਾਂ ਦਾ, ਐਵਰੀਥਿੰਗ ਏਜੰਸੀਜ਼ ਹੈਜ਼ ਟੇਕਨ ਅਪ। ਜਿੱਥੋਂ ਤੱਕ ਮੈਨੂੰ ਲੱਗਦਾ ਆਪਾਂ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਨਾ ਭਾਜੀ, ਪੰਜਾਬੀ 'ਚ ਬੋਲ ਰਹੇ ਹਾਂ, ਇਹਦੀ ਜਦੋਂ ਤੁਸੀਂ ਅਪਲੋਡ ਕਰਨਾ ਹੈ, ਇਹਦੀਆਂ ਉੱਧਰ ਦੀਆਂ ਖੁਫੀਆ ਏਜੰਸੀਆਂ ਨੇ ਇਹਨੂੰ ਟਰਾਂਸਲੇਟ ਵੀ ਕਰਨਾ ਹੈ। ਟਰਾਂਸਲੇਟ ਕਰਕੇ ਸੁਣਨਾ ਹੈ, ਸੁਣਨ ਤੋਂ ਬਾਅਦ ਉਹਨੂੰ ਆਪਣੇ ਰਿਕਾਰਡ 'ਚ ਰੱਖਣਾ ਹੈ। ਅਦਰਵਾਈਜ਼ ਮੈਂ ਅਮਰੀਕਾ, ਬਾਕੀ ਕੰਟਰੀਆਂ 'ਚ ਵੀ ਇਹਦੀ ਰੈੱਡ ਫਲੈਗਿੰਗ ਕਰਾ ਚੁੱਕਾ। ਇਹ ਮਤਲਬ ਜਾਵੇ ਤਾਂ ਸਹੀ, ਏਅਰਪੋਰਟ 'ਤੇ ਪਾਸਪੋਰਟ ਵਿਖਾਏਗੀ, ਉੱਥੇ ਫੜ ਲੈਣਾ ਉਹਨਾਂ ਨੇ। ਆ ਜਾ ਕੇ ਕੁੜੀ ਹੈ, ਇਸ ਪਰਚੇ ਬਾਰੇ ਕੀ ਕਰਨੀ ਹੈ, 306। ਉੱਧਰੋਂ ਜਿੱਥੇ ਕਿਤੇ ਮੈਂ ਨਲਾਇਕ ਹਾਂ, ਘੱਟ ਪਤਾ ਮੈਨੂੰ, ਉੱਥੇ ਅਸ਼ੋਕ ਅਰੋੜਾ ਜੀ ਅਸੀਂ ਤੇ ਕਰਨ 'ਤੇ ਲੱਗੇ ਆ, ਉਹ ਚਿੱਠੀਆਂ ਕੱਢੀ ਜਾਂਦੇ ਪਏ ਆ, ਇੱਧਰੋਂ ਮੈਂ ਕੱਢੀ ਜਾਂਦਾ ਪਿਆ। ਸੋ ਅਸੀਂ ਤਾਂ ਆਪਣੀ ਚਿੱਠੀ ਵਿੱਚ ਪੂਰਾ ਲਿੰਕ ਦਿੰਦੇ ਹਾਂ ਕਿ ਆਹ ਲਿੰਕ ਹੈ, ਇਸ ਸਾਈਡ 'ਤੇ ਜਾ ਕੇ ਇੰਡੀਆ ਦੀ ਤੁਸੀਂ ਆਹ ਵਾਲੀ ਡਿਟੇਲ ਕੱਢ ਸਕਦੇ ਹੋ ਸਰਕਾਰ ਦੀ ਸਾਈਡ 'ਤੇ। ਸੋ ਵਾਟ ਐਲਸ ਇਜ਼ ਰਿਕੁਆਇਰਡ। ਸੋ
ਤੁਸੀਂ ਵੀ ਸਟੈਪ ਬਾਏ ਸਟੈਪ ਬਰੀਕੀ ਨਾਲ ਸਾਰਾ ਕੇਸ ਤਿਆਰ ਕਰ ਰਹੇ ਹੋ, ਅੱਗੇ ਭੇਜ ਰਹੇ ਹੋ। ਅਸ਼ੋਕ ਅਰੋੜਾ ਜੀ ਨਾਲ ਵੀ ਗੱਲ ਹੋਈ ਸੀ, ਉਹਨਾਂ ਨੇ ਵੀ ਦੱਸਿਆ ਕਿ ਇੱਕ ਮੈਪ ਬਣਾ ਕੇ ਸਟੈਪ ਬਾਏ ਸਟੈਪ ਸਾਰਾ ਡਾਟਾ ਭੇਜਿਆ ਗਿਆ ਹੈ। ਤੇ ਸਰ ਜਾਂਦੇ ਜਾਂਦੇ ਲਾਸਟ ਕੁਐਸਚਨ ਪੁੱਛਣਾ ਚਾਹਾਂਗੇ, ਜਿਵੇਂ ਕਿ 420 ਜਦੋਂ ਧਾਰਾ ਲੱਗੀ ਹੈ, ਤੁਹਾਡਾ ਕਾਫੀ ਯੋਗਦਾਨ ਰਿਹਾ ਹੈ ਜਿੰਨੇ ਵੀ ਇਸ ਕੇਸ ਦੇ ਨਾਲ ਜੁੜੇ ਹੋਏ ਨੇ, ਤੇ ਉਸ ਤੋਂ ਬਾਅਦ 306 ਬਾਰੇ ਕਾਫੀ ਜ਼ਿਆਦਾ ਪ੍ਰੈਸ਼ਰ ਸੀਗਾ ਤੁਹਾਡੇ ਵੱਲੋਂ, ਪ੍ਰੂਫ ਵੀ ਕਾਨੂੰਨੀ ਤੌਰ ਤੇ ਵੀ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ। 306 ਦੇ ਵਿੱਚ ਵਾਧਾ ਵੀ ਹੋ ਚੁੱਕਿਆ। ਅੱਗੇ ਕਿਹੜੀਆਂ ਧਾਰਾਵਾਂ ਲੱਗਣੀਆਂ ਬਣਦੀਆਂ ਨੇ, ਕਿਉਂਕਿ ਤੁਸੀਂ ਇਸ ਕੇਸ ਦੇ ਅਤੇ ਕਾਨੂੰਨ ਦੇ ਕਾਫੀ ਨੇੜੇ ਹੋ, ਕਿਹੜੀਆਂ ਧਾਰਾਵਾਂ ਤੇ ਕਿਸ ਉਹਦੇ ਦੋਸ਼ ਦੇ ਤਹਿਤ ਬੇਅੰਤ ਕੌਰ ਤੇ ਬਣਦੀਆਂ ਨੇ ਜੀ? ਦੇਖੋ, ਮੇਰਾ ਜੇ ਤੁਸੀਂ ਸ਼ੁਰੂ ਵਾਲਾ ਪ੍ਰੋਗਰਾਮ ਵੀ ਵੇਖ ਲਓ, ਮੈਂ ਤਾਂ ਉਹਦੇ 'ਚ ਇੱਥੋਂ ਤੱਕ ਵੀ ਚੈਲੰਜ ਕੀਤਾ ਸੀ, ਜੇ ਮੁੰਡੇ ਦੀ ਡਰੱਗ ਲੈ ਕੇ ਵੀ ਮੌਤ ਹੋਈ ਹੈ, ਜੇ ਹੋਈ ਹੈ ਤਾਂ ਵੀ ਇਹ ਸੁਸਾਈਡ ਹੈ। ਲਾਈਨ ਪੜ੍ਹ ਕੇ ਸੁਣਾਉਣਾ। ਇਫ ਐਨੀ ਪਰਸਨ, ਅੱਛਾ ਪਰਸਨ, ਈਵਨ ਇਹਦੇ 'ਚ ਵੀ ਹੈ, ਈਡੀਅਟ ਸ਼ਬਦ ਵੀ ਲਿਖਿਆ ਕਾਨੂੰਨ ਦੀ ਭਾਸ਼ਾ 'ਚ, ਪਰਸਨ ਇਨ ਏ ਸਟੇਟ ਆਫ ਇੰਟੌਕਸੀਕੇਸ਼ਨ ਕਮਿਟਸ ਸੁਸਾਈਡ। ਮੈਂ ਨਹੀਂ ਕੋਲੋਂ ਬੋਲਦਾ ਪਿਆ, ਕਾਨੂੰਨ ਦੀ ਕਿਤਾਬ ਕਹਿੰਦੀ ਪਈ ਹੈ। ਇੰਟੌਕਸੀਕੇਸ਼ਨ ਕੀ ਹੈ? ਨਸ਼ਾ। ਨਸ਼ੇ ਦੀ ਪਰਿਭਾਸ਼ਾ ਨਹੀਂ ਲਿਖੀ, ਸ਼ਬਦ ਇੰਟੌਕਸੀਕੇਸ਼ਨ ਹੈ। ਜ਼ਿਆਦਾ ਸ਼ਰਾਬ ਪੀ ਕੇ ਮਰ ਜੇ, ਜ਼ਿਆਦਾ ਕੋਈ ਨਸ਼ੇ ਵਾਲੀ ਗੋਲੀਆਂ ਖਾ ਕੇ ਮਰ ਜੇ, ਜ਼ਿਆਦਾ ਕੋਈ ਡੋਜ਼ ਇਹੋ ਜਿਹੀ ਲੈ ਕੇ ਮਰ ਜੇ। ਸੋ ਕਿਸੇ ਵੀ ਇੰਟੌਕਸੀਕੇਸ਼ਨ ਸਟੇਟ 'ਚ ਵੀ ਮੌਤ ਹੁੰਦੀ ਹੈ। ਐਂਡ ਹੂਸੋਐਵਰ ਅਬੈਟਸ ਦਾ ਕਮਿਸ਼ਨ ਇਜ਼ ਪਨਿਸ਼ੇਬਲ ਵਿਦ ਡੈਥ, ਪਨਿਸ਼ੇਬਲ ਵਿਦ ਡੈਥ, ਫਾਂਸੀ ਦੀ ਸਜ਼ਾ, ਇੰਪ੍ਰਿਜ਼ਨਮੈਂਟ ਫॉर ਲਾਈਫ, ਤਾ ਉਮਰ, ਜਦ ਤੱਕ ਉਹ ਜਿੰਦਾ ਜੇਲ੍ਹ 'ਚ ਰਹੇਗਾ। ਮਤਲਬ ਮੈਂ ਬੜਾ ਸ਼ੋਰ ਹਾਂ ਕਿਉਂ ਕਾਨੂੰਨ ਦੀ ਕਿਤਾਬ 'ਚ ਲਿਖਿਆ ਹੈ। ਸੋ ਕਿੱਥੋਂ ਬਚਣਾ ਸੀ? ਮੈਂ ਤਾਂ ਉੱਥੇ ਤੱਕ ਵੀ ਸ਼ੋਰ ਸੀ ਕਿ ਜੇ, ਜਦ ਕਿ ਮੈਨੂੰ ਬੜੇ ਲੋਕ ਕਹਿੰਦੇ ਸੀ ਤੁਸੀਂ ਡਰੱਗਸ ਦਾ ਨਾਂ ਕਿਉਂ ਲੈਂਦੇ ਹੋ। ਸੋ ਕੋਲਡ ਯੂਟਿਊਬਰ ਜਿਹੜੇ ਸੀਗੇ, ਮੱਲਨ ਨੇ ਇਹ ਕਹਿਤਾ, ਮੱਲਨ ਨੇ ਉਹ ਕਹਿਤਾ। ਮੱਲਨ ਬੋਲਦਾ ਹੈ, ਹਮ ਬੋਲੇਗਾ ਤਾਂ ਬੋਲੋਗੇ ਕਿ ਬੋਲਤਾ ਹੈ। ਤਕਲੀਫ ਹੁੰਦੀ ਹੈ। ਸੋ ਜਦੋਂ ਤਕਲੀਫ ਹੋਣੀ ਹੈ, ਡੈਫੀਨੇਟਲੀ ਚੀਕਾਂ ਵੱਜਣੀਆਂ। ਥੈਂਕ ਯੂ, ਮੇਰੇ ਕੰਮ ਦੀ ਰਸੀਦ ਦਿੰਦੇ ਹੋ ਤੁਸੀਂ ਕਿ ਤੁਹਾਨੂੰ ਮੱਲਣ ਕੋ ਡਰ ਲੱਗਦਾ ਹੈ, ਤੇ ਮੱਲਣ ਕੋ ਡਰਿਆ ਕਰੋ। ਇਹਨੇ 20 ਰੁਪਏ ਪਿੱਛੇ ਨਹੀਂ ਬੰਦਾ ਛੱਡਿਆ, ਤੁਸੀਂ ਕਿਸ ਕਿਸ ਦੀ ਮੂਲੀ ਹੋਏ? ਵੇਟ ਕਰਦੇ ਰਹਿੰਦੇ ਨੇ ਕੀ ਬੋਲਣਗੇ ਮੱਲਣ ਸਾਹਿਬ। ਆ ਉਹਨਾਂ ਨੂੰ ਫੜੀਏ, ਗੱਲ ਕਰੀਏ, ਕਰ ਲਓ ਜੋ ਮੇਰੇ ਬਾਰੇ ਕਰਨਾ। ਮੈਂ ਸ਼ਰੇਆਮ ਬੋਲਦਾ ਔਰ ਬਿਨਾਂ ਐਡਿਟ ਤੋਂ ਚੱਲਦੀਆਂ ਮੇਰੀਆਂ ਚੀਜ਼ਾਂ, ਠੀਕ ਹੈ ਕਿ ਨਹੀਂ? ਜੇ ਮੈਂ ਕੋਠੇ ਵਾਲਾ ਬਿਆਨ ਦਿੱਤਾ ਸੀ ਉਹ ਵੀ ਸਹੀ ਸੀ। ਮੈਂ ਅੱਜ ਵੀ ਕਹਿੰਦਾ, ਜਿਹੜੀਆਂ ਕੁੜੀਆਂ, ਜਿਹੜੇ ਮੁੰਡੇ ਇਹੋ ਜਿਹਾ ਗੰਦਾ ਵਪਾਰ ਕਰਨ ਲੱਗੇ ਨੇ, ਲੋਕਾਂ ਦੇ ਪੈਸੇ ਮਾਰ ਕੇ ਆਪ ਕੈਨੇਡਾ ਅਮਰੀਕਾ ਪਹੁੰਚ ਕੇ ਉਹਨਾਂ ਦੇ ਪੈਸੇ ਹੜੱਪਦੇ ਨੇ, ਇਸ ਤੋਂ ਚੰਗਾ ਕਿਸੇ ਕੋਠੇ ਤੇ ਚੱਲ ਜਾਓ। ਮੈਂ ਫੇਰ ਕਹਿੰਦਾ ਜੇ ਜਿਹੜੀ ਮੇਰੀ ਲੱਤ ਤੋੜਨੀ, ਪਰ ਉਹਨਾਂ ਧੀਆਂ ਭੈਣਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਜਿਹੜੀ ਸਾਡੇ ਦਿਲ ਨਾਲ ਲੱਗ ਕੇ ਰਹਿੰਦੀਆਂ, ਜਿਹੜੀਆਂ ਕਿਸੇ ਪਰਿਵਾਰ ਦੀ, ਕਿਸੇ ਸਮਾਜ ਦੀ ਸ਼ਰਮ ਰੱਖਦੀਆਂ, ਕੱਚੀਆਂ ਢੱਕੀਆਂ ਰਹਿੰਦੀਆਂ ਨੇ, ਪੈਸੇ ਦੇ ਲਾਲਚ ਲਈ ਆਪਣਾ ਜ਼ਮੀਰ, ਆਪਣਾ ਸਰੀਰ ਨਹੀਂ ਵੇਚਦੀਆਂ। ਸਾਫ਼ ਗੱਲ ਦੱਸਾਂ, ਬੜੀਆਂ ਬੁਰੀਆਂ ਲੱਗਦੀਆਂ ਤੁਹਾਨੂੰ ਇਹ ਗੱਲਾਂ, ਪਰ ਸੱਚਾਈਆਂ ਨੇ। ਭਾਜੀ ਉੱਥੇ ਚਲੇ ਜਾਓ, ਤੁਸੀਂ ਕਾਰ 'ਚ ਬਹਿ ਕੇ, ਤੁਸੀਂ ਸੋਹਣੇ ਸੁਨੱਖੇ ਸਰਦਾਰ ਹੋ, ਮੇਰੇ ਵਰਗਾ ਵੀ ਸ਼ਦਾਈ ਨਾਲ ਭਾ ਲਿਓ, ਆ ਕੇ ਕਹਿੰਦੀਆਂ ਲੈ ਜਾ ਅੱਜ $500 ਹੀ ਦੇ ਦੀ। ਇਹ ਹਾਲ ਹੋ ਚੁੱਕਿਆ ਉੱਥੇ ਕੈਨੇਡਾ 'ਚ। ਤੇ ਇੱਥੇ ਆ ਕੇ ਸਤੀ ਸਵਿਤਰੀ ਬਣਦੇ ਨੇ ਇੱਥੇ ਆ ਕੇ। ਪਰ ਬੜੀਆਂ ਥੋੜੀਆਂ ਨੇ ਇਹੋ ਜਿਹੀਆਂ, ਬੜੇ ਥੋੜੇ ਮੁੰਡੇ ਨੇ ਇਹੋ ਜਿਹੇ ਜਿਹੜੇ ਗੰਦਾ ਕੰਮ ਕਰਦੇ ਨੇ। ਪਰ ਉਹ ਬੰਦੇ ਜ਼ਿਆਦਾ ਹੋ ਚੁੱਕੇ ਨੇ ਜਿਹੜੇ ਇੱਥੋਂ ਕਿਸੇ ਦਾ ਪੈਸਾ ਲਵਾ ਕੇ ਕੈਨੇਡਾ ਪਹੁੰਚਦੇ ਨੇ ਤੇ ਉੱਥੇ ਜਾ ਕੇ ਮੁੜ ਕੇ ਤੰਗ ਕਰਦੇ ਨੇ। ਸੋ ਇਹ ਬੜੀਆਂ ਹੀ ਅਣਸੁਖਾਵੀਆਂ, ਮੰਦਭਾਗੀਆਂ ਘਟਨਾਵਾਂ ਨੇ ਜਿਹੜੀਆਂ ਹੋ ਰਹੀਆਂ। ਔਰ ਮੈਂ ਇਹਦੇ ਤੋਂ ਬੜਾ ਹੀ, ਮਤਲਬ ਮੈਂ ਕਿ ਸਾਰਾ ਪੰਜਾਬ, ਸਾਰੇ ਪੰਜਾਬੀ ਭੈਣ ਭਰਾ ਇਹਦੇ ਤੋਂ ਬੜੇ ਉਦਾਸ ਨੇ ਇਹਨਾਂ ਹਰਕਤਾਂ ਤੋਂ। ਸੋ ਮੈਂ ਬਾਰ-ਬਾਰ ਕਹਿੰਦਾ ਕਿ ਆਪਣਾ ਜ਼ਮੀਰ ਨਾ ਵੇਚੋ। ਜਿਹੜੇ ਰਿਸ਼ਤਾ ਨਿਭਾਇਆ ਸੋ ਉਹ ਮਹਾਰਾਜ ਦੀ ਦੇ ਅੱਗੇ ਮੱਥਾ ਟੇਕ ਕੇ, ਕਿਸੇ ਅਗਨੀ ਦੇਵਤਾ ਨੂੰ ਰੱਬ ਮੰਨ ਕੇ ਉਹਦੇ ਤੇ ਲਾਵਾਂ ਲਈਆਂ ਜੇ, ਤੇ ਉਹਨੂੰ ਆਪਣੇ ਸਿਰ ਦਾ ਸਾਈਂ ਔਰ ਉਹਨੂੰ ਆਪਣੀ ਪਾਰਟਨਰ ਹੀ ਮੰਨੋ। ਉਹ ਵੀ ਕਿਸੇ ਦੀ ਧੀ ਭੈਣ ਹੈ। ਅੱਜ ਕੱਲ੍ਹ ਤੇ ਭਾਜੀ ਜ਼ਿਆਦਾਤਰ ਮਾਂ ਪਿਓ ਵਪਾਰ ਕਰਨ ਲੱਗ ਪਏ ਨੇ, ਚਾਹੇ ਉਹ ਕੁੜੀ ਦੇ ਨੇ ਚਾਹੇ ਮੁੰਡੇ ਦੇ ਨੇ। ਉਹ ਤੇ ਇਹ ਕਹਿੰਦੇ ਵੀ ਕੈਨੇਡਾ ਜਾਣਾ 35 ਲੱਖ ਲੱਗੂਗਾ, ਇੱਦਾਂ ਕਿੱਦਾਂ ਤੈਨੂੰ ਲੈ ਜਾਈਏ, ਦੇ 35 ਲੱਖ ਸਾਨੂੰ। ਵਪਾਰ ਕਰਨ ਲੱਗ ਪਏ ਨੇ। ਖਤਮ ਹੋ ਗਿਆ ਉਹ, ਮਤਲਬ ਸ਼ਰਧਾ, ਪਿਆਰ, ਮਾੜੀਆਂ ਗੱਲਾਂ, ਬਹੁਤ ਮਾੜੀਆਂ ਗੱਲਾਂ। ਸੋ ਯਾਦ ਰੱਖਿਓ ਮੇਰੀ ਗੱਲ, ਗੰਦੇ ਕੰਮ ਨਾ ਕਰੋ, ਚੰਗੇ ਕੰਮ ਕਰੋ। ਸੋ ਕਾਨੂੰਨ ਦੀ ਧਾਰਾ ਵੀ ਸ਼ਰੇਆਮ ਕਹਿੰਦੀ ਪਈ ਹੈ ਕਿ ਲਾਈਫ ਇੰਪ੍ਰਿਜ਼ਨਮੈਂਟ ਹੈਗੀ ਹੈ, ਤੇ ਹੈਗੀ ਹੈ। ਔਰ ਬਹੁਤ ਕੁਛ ਹੈ, ਬਹੁਤ ਕੁਛ ਹੋ ਰਿਹਾ ਹੈ। ਜਿਹੜੀਆਂ ਅਗਲੀਆਂ ਧਾਰਾ ਦਾ ਜ਼ਿਕਰ ਹੈ, ਜਿਹੜਾ ਇਹਨੇ ਪਾਸਪੋਰਟ 'ਚ ਨਾਮ ਦੀ ਐਂਟਰੀ ਨਹੀਂ ਕਰਾਈ, ਫਿਰ ਉੱਥੇ ਪਾਸਪੋਰਟ 'ਤੇ ਉੱਥੇ ਕਾਗਜ਼ਾਂ 'ਚ ਐਂਟਰੀ ਆਪਣੇ ਆਪ ਨੂੰ ਕੁਆਰੀ ਸਾਬਤ ਕੀਤਾ, ਝੂਠੇ ਦਸਤਾਵੇਜ਼ਾਂ ਦਾ ਪ੍ਰਯੋਗ ਕੀਤਾ। ਪੁਲਿਸ ਵੈਰੀਫਿਕੇਸ਼ਨ ਕੱਲ੍ਹ ਨੂੰ ਇਕੱਲੇ ਦੀ ਕਰਾਏਗੀ, ਉੱਥੇ ਕੁਆਰੀ ਹੈ, ਪੁਲਿਸ ਵੈਰੀਫਿਕੇਸ਼ਨ ਅੱਜ ਆਉਂਦੀ ਹੈ। ਇੱਕ ਤੇ ਇਹਦੀ FIR ਤੇ ਆਉਣੀ ਹੈ, ਉਸ ਤੋਂ ਇਲਾਵਾ ਉਹਦੇ 'ਚ ਵੀ ਕੁਆਰੀ ਹੈ।
ਕਿੱਦਾਂ ਇੱਥੋਂ ਚੱਲ ਜਾਏਗੀ ਪੁਲਿਸ ਇਨਕੁਆਇਰੀ ਪੋਜ਼ਿਟਿਵ ਹੋ ਕੇ। ਸੋ 465 467 468 471 120 ਵੀ, ਉਸ ਤੋਂ ਇਲਾਵਾ ਚੋਰੀ ਡਕੈਤੀ ਜੋ ਵੀ ਹੋਰ ਬਣਦੀ ਹੋਏਗੀ, ਅਸੀਂ ਹਰ ਕਾਨੂੰਨ ਦੀ ਕਿਤਾਬ, ਮੋਟੀ ਕਿਤਾਬ ਹੈਗੀ ਹੈ, ਅਸੀਂ ਪੜ੍ਹੀ ਜਾਣੀ ਹੈ। ਮੇਰੀ ਟੀਮ ਰੋਜ਼ ਕੋਈ ਨਾ ਕੋਈ ਗੱਲ ਪੜ੍ਹਦੀ ਹੈ। ਹਲੇ ਤੇ ਬਿਆਨ ਆ ਲੈਂਦੋ ਸਾਡੇ ਸਾਹਮਣੇ, ਹਲੇ ਹੋਰ ਬੜਾ ਮਸਾਲਾ ਆ ਲੈਂਦੋ। ਸੋ ਜੋ ਜੋ ਧਾਰਾ ਬਣਦੀ ਹੋਏਗੀ ਛੱਡਣੀ ਕੋਈ ਨਹੀਂ। ਉਹ ਇੱਕ ਤੁਹਾਨੂੰ ਚੁਟਕਲਾ ਹੀ ਸੁਣਾ ਦਿੰਦਾ ਵੀ ਇੱਕ ਬੰਦੇ ਦੀ ਮੌਤ ਹੋਈ ਤੇ ਮੇਰੇ ਵਰਗਾ ਪਤਾ ਲੈਣ ਚਲ ਗਿਆ ਤੇ ਉਹਨੇ ਪੁੱਛਿਆ ਤੁਹਾਡੇ ਵਰਗੇ ਭਰਾ ਇਹ ਮੌਤ ਕਿੱਦਾਂ ਹੋਈ ਹੈ? ਕਹਿੰਦਾ ਵੀ ਗੋਲੀ ਵੱਜੀ ਸੀ। ਕਹਿੰਦਾ ਗੋਲੀ ਕਿੱਥੇ ਵੱਜੀ ਸੀ? ਕਹਿੰਦਾ ਪੁੜਪੁੜੀ 'ਚ ਵੱਜੀ ਸੀ। ਤੇ ਕਹਿੰਦਾ ਉਹ ਸ਼ੁਕਰ ਕਰ ਅੱਖ ਬਚ ਗਈ ਹੈ। ਸਾਡਾ ਉਹ ਹਾਲ ਹੈ ਕਿ ਤੁਹਾਡੀ ਅੱਖ ਵੀ ਨਹੀਂ ਬਚਣ ਦਿੰਦੇ ਅਸੀਂ, ਤਾਂ ਇਹ ਮੌਤ ਹੋ ਜੇ। ਉਹ ਇੱਕ ਸੀਗਾ ਨਾ ਕੋਈ ਵਿਚਾਰਾ ਮੇਰੇ ਵਰਗਾ ਨਲਾਇਕ, ਤੇ ਉਹ ਵਕੀਲ ਸੀ ਮੇਰੇ ਵਰਗਾ ਹੀ ਭਰਾ, ਕੋਈ ਕਾਨੂੰਨ ਦਾ ਨਵਾਂ ਸੋ ਕਾਲਡ ਯੂਟਿਊਬਰ ਹੀ ਕਹੂੰਗਾ। ਕਹਿੰਦਾ ਵੇਖੋ ਭਾਜੀ ਵਕੀਲ ਸਾਹਿਬ ਵੀ ਤੁਸੀਂ ਇਹਦੇ ਤੇ 302 ਤੇ ਲਵਾਤੀ, ਆ ਸਾਡੇ ਵੱਲੋਂ 302 ਤੇ ਲਵਾਤੀ ਦੋਸ਼ੀ ਪਾਰਟੀ ਤੇ, ਪਰ ਤੁਸੀਂ 323 ਤੇ ਲਵਾਈ ਨਹੀਂ ਜਿਹੜੀ ਉਹਨੇ ਮਾਰਕੁੱਟ ਕੀਤੀ ਸੀ। ਸੋ ਇਹੋ ਜਿਹੇ ਯੂਟਿਊਬਰ ਵੀ ਹੈਗੇ ਨੇ। ਸੋ ਮੈਂ ਉਹ 323 ਵੀ ਲਵਾ ਦੂੰਗਾ ਇਹੋ ਜਿਹੇ ਯੂਟਿਊਬਰਾਂ ਲਈ, ਚਿੰਤਾ ਨਾ ਕਰੋ, ਟੈਨਸ਼ਨ ਨਾ ਲਓ, ਹਰ ਧਾਰਾ ਲੱਗੇਗੀ, ਉਹਦੇ ਬਰਾਬਰ ਉਹਦਾ ਪਹਿਰਾ ਦਿੱਤਾ ਜਾਏਗਾ, ਉਹਦਾ ਟਰਾਇਲ ਫੇਸ ਕੀਤਾ ਜਾਏਗਾ। ਔਰ ਉਸ ਤੋਂ ਪਹਿਲਾਂ ਤਾਂ ਹਲੇ ਮਾਂ ਪਿਓ ਨੂੰ ਰੋਪਿਨ ਕਰ ਲਈਏ। ਹੁਣ ਮਾਂ ਪਿਓ ਦੇ ਅਰੈਸਟ ਹੋਣ ਤੋਂ ਬਾਅਦ ਵੀ ਕੁੜੀ ਨਾ ਆਵੇ ਤੇ ਸਮਝ ਲੈਣਾ ਫਿਰ ਉਹ ਕੁੜੀ ਕੌਣ ਹੈ। ਜਦੋਂ ਮਾਂ ਪਿਓ ਜੇਲ੍ਹ 'ਚ ਜਾਣਗੇ ਤੇ ਫਿਰ ਵੀ ਜੇ ਉਹਨੂੰ ਦਰਦ ਨਾ ਹੋਇਆ ਫਿਰ ਤੇ ਉਹ ਇੰਡੀਆ ਨਾ ਹੀ ਆਵੇ। ਉਹ ਸਾਡੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਨਾ, ਉੱਜੜੀ ਰਹਿ। ਫਿਰ ਉਹਦਾ ਮੈਂ ਕਹਿੰਦਾ ਉਸ ਮਹਾਰਾਜ ਦਾ ਆਸ਼ੀਰਵਾਦ ਹੀ ਉਹਨੂੰ ਲੱਗ ਜੇ ਉੱਜੜੀ ਰਹਿਣ ਵਾਲਾ, ਉੱਜੜਦੀ ਰਵੇ ਉੱਥੇ, ਨਾ ਆਵੇ ਫਿਰ ਇੰਡੀਆ 'ਚ। ਉਸ ਤੋਂ ਵੱਡੀ ਸਜ਼ਾ ਕੋਈ ਨਹੀਂ, ਸੱਚਾਈ ਹੈ। ਸੋ ਮਹਾਰਾਜ ਕੋਲੋਂ ਡਰੋ, ਰੱਬ ਕੋਲ ਡਰੋ। ਬੰਦੇ ਨੇ ਤੇ ਵਿਚਾਰੇ ਨੇ ਕਿਸੇ ਨੂੰ ਕੁਝ ਨਹੀਂ ਕਹਿਣਾ, ਤੇ ਮੇਰੇ ਵਰਗਾ ਝੱਲਾ ਦੇ ਵੈਸੇ ਕੁਝ ਨਹੀਂ ਕਹਿੰਦਾ ਕਿਸੇ ਨੂੰ। ਮੈਂ ਤੇ ਆਪਣੀ ਕਲਮ ਚਲਾਉਣਾ ਕਾਗਜ਼ ਤੇ, ਉਨੀ ਕੀ ਆਉਂਦੀ, ਅੱਗੇ ਨਹੀਂ ਕੁਝ ਕਰਦਾ ਮੈਂ। ਕੱਲ ਵੀ ਨਹੀਂ ਸਾਹ ਲੈਣ ਦਿੰਦੀ ਭਾਜੀ, ਮੈਨੂੰ ਕੋਈ ਚਪੇੜਾ ਮਾਰ ਜਾਂਦਾ ਮੈਂ ਖਾ ਲੈਂਦਾ, ਸੱਚਾਈ ਜੇ। ਤੇ ਪਰ ਕਲਮ ਮੇਰੀ ਜਿਹੜੀ ਆ ਉਹ ਰੁਕਦੀ ਨਹੀਂ। ਰਾਤ ਨੂੰ 2 ਵਜੇ ਤੱਕ ਮੈਂ ਜਾਗਦਾ, ਮੈਂ ਕੰਮ ਕਰਦਾ, ਪੜ੍ਹਦਾ, ਫਾਈਲਾਂ ਤਿਆਰ ਕਰਦਾ ਤੇ ਚਿੱਠੀਆਂ ਪਾਉਂਦਾ ਰਹਿੰਦਾ। ਤੇ ਉਹ ਜਦੋਂ ਖੂਹ 'ਚ, ਸੁੱਕੇ ਖੂਹ 'ਚ ਵੀ ਇੱਟ ਸੁੱਟੋ ਨਾ, ਸਿੱਲੀ ਹੋ ਕੇ ਬਾਹਰ ਜ਼ਰੂਰ ਨਿਕਲਦੀ ਜੇ। ਯਾਦ ਰੱਖੋ, ਮੈਂ ਕਹਿੰਦਾ ਮੌਕੇ ਤੇ ਕੁਝ ਨਹੀਂ ਹੋ ਰਿਹਾ, ਪਰ ਇੱਕ ਦਿਨ ਇਹੋ ਜਿਹਾ ਆਉਂਦਾ ਜਦੋਂ ਸਾਰੀਆਂ ਚਿੱਠੀਆਂ ਹੀ ਕਿਸੇ ਕੋਲ ਇਹ ਸਵਾਲ ਨਹੀਂ ਬਚਦਾ, ਤੂੰ ਉਦੋਂ ਕਿਉਂ ਨਹੀਂ ਦੱਸਿਆ? ਮੈਂ ਉਹਦੀ ਉਹ ਬੋਲਤੀ ਬੰਦ ਕਰ ਲਈ, ਤੂੰ ਉਦੋਂ ਕਿਉਂ ਨਹੀਂ ਦੱਸਿਆ? ਤੇ ਮੈਂ ਤੈਨੂੰ ਕਹਿੰਦਾ ਮੈਂ ਤੈਨੂੰ ਉਦੋਂ ਦੱਸਿਆ ਸੀ, ਤੇਰੀਆਂ ਅੱਖਾਂ ਬੰਦ ਸੀ, ਤੂੰ ਨਹੀਂ ਵੇਖਿਆ। ਯਾਦ ਰੱਖ। ਸੋ ਕਾਨੂੰਨ ਦੀ ਲੜਾਈ ਹੈ, ਜਿੰਨੀ ਵੀ ਚੱਲੇਗੀ, ਪਰਮਾਤਮਾ ਸਾਥ ਦਿੰਦਾ ਰਹੇ, ਮੈਂ ਲੜਦਾ ਰਹਾਂਗਾ ਔਰ ਆਪਣੀ ਜਨਤਾ ਦੀ ਅਦਾਲਤ 'ਚ ਦੋਸ਼ੀ ਸਾਹਮਣੇ ਪੇਸ਼ ਕਰਾਂਗਾ। ਤੁਹਾਡੇ ਨਾਲ ਆ ਮੈਂ। ਸੋ ਦੋਸਤੋ, ਇਹ ਸਨ ਐਡਵੋਕੇਟ ਸੁਨੀਲ ਮੱਲਨ ਜੀ, ਜੋ ਕਿ ਬੇਅੰਤ ਕੌਰ ਬਾਜਵਾ ਅਤੇ ਲਵਪ੍ਰੀਤ ਸਿੰਘ ਲਾਡੀ ਦੇ ਇਸ ਕੇਸ ਦੇ ਵਿੱਚ ਅਹਿਮ ਯੋਗਦਾਨ ਨਿਭਾ ਰਹੇ ਨੇ, ਤੇ ਬਹੁਤ ਜਲਦ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਵੀ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਲੱਗੇ ਹੋਏ ਨੇ। ਸੋ ਦੋਸਤੋ, ਅੱਜ ਦੇ ਇਸ ਅਪਡੇਟ ਵਿੱਚ ਇੰਨਾ ਹੀ। ਜਿਵੇਂ ਹੀ ਇਸ ਬਾਰੇ ਕੋਈ ਹੋਰ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ, ਉਸੇ ਸਮੇਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਬਣੇ ਰਹੋ ਲਿਮਟਿਡ ਗਿਆਨ ਦੇ ਨਾਲ। ਤੇ ਹੁਣ ਇੱਥੇ ਮੈਨੂੰ ਜਾਣ ਕੇ ਕੁਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਥੈਂਕ ਯੂ, ਧੰਨਵਾਦ, ਟੇਕ ਕੇਅਰ।